ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਫੋਨ ਕਾਲਸ ਦੇ ਨੰਬਰ ਨੇ 92 164 10 666 ਤੇ 98 149 10 666। ਸੋ ਜੇਕਰ ਤੁਸੀਂ ਆਪਣੇ ਕਿਸੇ ਵੀ ਵਪਾਰਕ ਅਦਾਰੇ ਦੀ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ, ਮਸ਼ਹੂਰੀ ਲਵਾਉਣਾ ਚਾਹੁੰਦੇ, ਐਡਵਰਟੀਜ਼ਮੈਂਟ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਬੇਝਿਜਕ ਹੋ ਕੇ ਮੇਰੇ ਨਾਲ 9780141741 'ਤੇ ਕਾਲ ਕਰੋ। ਇੰਡੀਆ ਦਾ ਕੋਡ +91 ਅੱਗੇ ਜ਼ਰੂਰ ਲਾ ਲੈਣਾ। ਇਸੇ ਨੰਬਰ ਦੇ ਉੱਤੇ ਵਟਸਐਪ ਚੱਲਦਾ। ਸਾਡੇ ਨਵੇਂ ਸਾਲ ਦੇ ਬਹੁਤ ਹੀ ਰੀਜ਼ਨੇਬਲ ਰੇਟ ਨੇ, ਤੁਸੀਂ ਇੱਕ ਵਾਰੀ ਜ਼ਰੂਰ ਅਜਮਾ ਕੇ ਦੇਖੋ। ਸੋ ਮੇਰੇ ਨਾਲ ਸ਼ਿਵਿੰਦਰ ਜੀ ਨੇ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਰ, ਮਿਹਰਬਾਨੀ ਜੀ। ਸ਼ਿਵਿੰਦਰ ਜੀ, ਜਿਵੇਂ ਜਿਵੇਂ ਜੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਵੱਧਦਾ ਜਾ ਰਿਹਾ, ਬੜੇ ਹੌਸਲੇ ਸੀਗੇ ਜੀਰੇ ਸ਼ਰਾਬ ਮਿੱਲ ਦੇ ਮਾਲਕ। ਕੋਈ ਟਾਈਮ ਸੀ ਸਤੰਬਰ ਦੇ ਵਿੱਚ ਇਹਨਾਂ ਨੇ ਕਿਸਾਨਾਂ ਦੇ ਬਰਾਬਰ ਧਰਨਾ ਆਪਣੇ ਆਪ ਲਵਾਇਆ ਸੀ ਆਪਣੇ ਹੀ ਮੁਲਾਜ਼ਮਾਂ ਤੋਂ ਕਿ ਸਾਡਾ ਜੀ ਰੁਜ਼ਗਾਰ ਖਤਮ ਹੋ ਰਿਹਾ, ਫੈਕਟਰੀ ਨੂੰ ਚਲਾਇਆ ਜਾਵੇ। ਉਦੋਂ ਤਕਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਚਲੋ ਭਲਾ ਹੋਇਆ, ਕੋਈ ਤਕਰਾਰ ਨਹੀਂ ਹੋਈ। ਕਿਸਾਨ ਤੇ ਇਹਨਾਂ ਦੇ ਮੁਲਾਜ਼ਮ ਜਿਹੜੇ ਸੀ, ਤਨਖਾਹੀਏ ਸੀ, ਉਹਨਾਂ ਦੇ ਵਿਚਾਲੇ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ। ਸਮਾਂ ਆਉਂਦਾ, ਲੋਕ ਸ਼ਿਕਾਇਤਾਂ ਕਰਦੇ ਨੇ ਤੇ ਸੈਂਪਲ ਵਿਡਰਾ ਹੁੰਦਾ। ਕਿਹਾ ਜਾਂਦਾ ਕਿ NGT ਸੈਂਪਲ ਲੈ ਕੇ ਜਾਂਦੀ ਹੈ, ਸੈਂਪਲ ਪਾਸ ਹੋ ਜਾਂਦੇ ਨੇ। ਪਰ ਮੈਨੂੰ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਪਾਣੀ ਕਾਲਾ ਨਿਕਲਦਾ ਸੀ, ਤੁਸੀਂ ਵੀ ਸਿਆਣੇ ਹੋ, ਉਹ ਸੈਂਪਲ ਕਿਵੇਂ ਪਾਸ ਹੋ ਗਏ? ਇਹ ਵੀ ਗੱਲਾਂ ਨੇ ਕਿ ਉਹ NGT ਦੀ ਟੀਮ ਹੀ ਨਹੀਂ ਸੀ ਜਾਂ NGT ਨੇ ਸੈਂਪਲ ਹੀ ਨਹੀਂ ਵਿਡਰਾਅ ਕਰਾਏ। ਕੀ ਹੈ ਤੁਹਾਡੇ ਸਮਝ ਦੇ ਵਿੱਚ ਕਹਾਣੀ? ਕਿਉਂਕਿ ਡਾਢਿਆਂ ਨਾਲ ਮੱਥਾ ਲੱਗਿਆ ਕਿਸਾਨਾਂ ਦਾ, ਤੇ ਡਾਢੇ ਵੀ ਉਹ ਨੇ ਜਿਨ੍ਹਾਂ ਦੀ ਸਰਕਾਰਾਂ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਪੋਲੀਟੀਕਲ ਪਾਰਟੀ ਇੱਕ ਨਹੀਂ, ਦੋ ਨਹੀਂ, ਸਾਰਿਆਂ ਦੇ ਵਿੱਚ ਹੀ ਉਹਨਾਂ ਦੀ ਕਨੈਕਸ਼ਨ ਨੇ। ਸਹੀ। ਦੇਖੋ, ਇੱਥੇ ਇੱਕ ਚੀਜ਼ ਤਾਂ ਸਾਫ਼ ਦਿਖਾਈ ਦੇ ਰਹੀ ਹੈ ਕਿ ਜਦੋਂ ਪ੍ਰੋਟੈਸਟ ਇੰਨਾ ਤਕੜਾ ਹੋ ਗਿਆ, ਵੱਡਾ ਹੋ ਗਿਆ, ਹੁਣ ਇਹਨੂੰ ਬਹੁਤ ਸਾਰੇ ਲੋਕ ਉਦਾਂ ਹੀ ਦੇਖਣ ਲੱਗ ਗਏ ਜਿਵੇਂ ਕਿਸਾਨ ਮੋਰਚੇ ਨੂੰ ਦੇਖ ਰਹੇ ਸੀ। ਉਦਾਂ ਹੀ ਤੰਬੂ ਕਨਾਤ ਲੱਗ ਗਏ ਨੇ। ਉਦਾਂ ਹੀ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਨੇ ਆਪਣਾ ਘਰ ਬਣਾ ਲਿਆ ਉੱਥੇ। ਉਹ ਸਾਰਾ ਕੁਛ ਹੋ ਰਿਹਾ। ਮਤਲਬ ਸਾਨੂੰ ਕਿਸਾਨ ਮੋਰਚਾ ਦੁਬਾਰੇ ਚੇਤੇ ਆਉਣ ਲੱਗ ਗਿਆ, ਦਿੱਲੀ ਵਾਲਾ ਮੋਰਚਾ। ਉਹਦੇ ਵਿੱਚ ਸੰਘਰਸ਼ ਵੀ ਉਸੇ ਤਰ੍ਹਾਂ। ਤੇ ਫਰਕ ਸਿਰਫ ਇੰਨਾ ਕਿ ਪਹਿਲਾਂ ਸਿੱਧਾ ਮੁਕਾਬਲਾ ਨਰਿੰਦਰ ਮੋਦੀ ਵਾਲੀ ਕੇਂਦਰ ਹਕੂਮਤ ਨਾਲ ਸੀਗਾ। ਹੁਣ ਮੁਕਾਬਲਾ ਉਹਦੇ ਨਾਲ ਆ ਕਿ ਜਿਹਨੂੰ ਪੰਜਾਬੀ ਵਾਲੇ ਕੁਛ ਮਹੀਨੇ ਪਹਿਲਾਂ ਬਣਾ ਕੇ ਹਟੇ ਨੇ ਤੇ ਪੁਰਾਣੀਆਂ ਪਾਰਟੀਆਂ ਨੂੰ ਰਿਜੈਕਟ ਕਰਕੇ ਹਟੇ ਨੇ। ਇਹ ਵਿਸ਼ਵਾਸ ਸੀ ਕਿਉਂਕਿ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਕਿ ਅਸੀਂ ਲੋਕਾਂ ਦੇ ਲਈ ਖੜਾਂਗੇ, ਅਸੀਂ ਵਪਾਰੀਆਂ ਲਈ ਨਹੀਂ ਖੜਾਂਗੇ, ਅਸੀਂ ਆਮ ਲੋਕਾਂ ਦੇ, ਕਿਸਾਨਾਂ ਦੀ, ਮਜ਼ਦੂਰਾਂ ਦੀ, ਮੁਲਾਜ਼ਮਾਂ ਦੀ ਪਾਰਟੀ ਹੋਵਾਂਗੇ। ਇਹ ਸਾਰੇ ਇਹਨਾਂ ਨੇ ਵੱਡੇ ਵੱਡੇ ਆਮ ਆਦਮੀ ਹੋਵਾਂਗੇ, ਮਤਲਬ ਸਿੱਧੀ ਜੀ ਗੱਲ। ਆਮ ਹੀ ਹੋਵਾਂਗੇ ਜੀ, ਤੁਹਾਡੇ ਵਿੱਚੋਂ ਹੀ ਹੋਵਾਂਗੇ। ਹੁਣ ਸਭ ਤੋਂ ਵੱਧ ਦਿੱਕਤ ਆਮ ਆਦਮੀ ਨੂੰ ਹੀ ਪੈਦਾ ਕੀਤੀ ਜਾ ਰਹੀ ਹੈ। ਤਰ੍ਹਾਂ ਤਰ੍ਹਾਂ ਦੀ ਜਿਹੜੀ ਡਰਾਮੇਬਾਜ਼ੀ ਹੈ ਉਹ ਆਮ ਆਦਮੀ ਦੇ ਵਿਰੋਧ ਹੀ ਕੀਤੀ ਜਾ ਰਹੀ ਹੈ। ਜਿਵੇਂ ਹੁਣ ਡਰਾਇਆ ਜਾ ਰਿਹਾ ਤੁਹਾਡੀਆਂ ਦੀ ਜ਼ਮੀਨਾਂ ਕੁਰਕ ਹੋ ਜਾਣਗੀਆਂ, ਫਲਾਨਾ ਹੋ ਜਾਣਗੇ ਜੇ ਤੁਸੀਂ ਆਹ ਕੰਮ ਕੀਤਾ। ਇਹਦਾ ਮਤਲਬ ਇੱਕ ਤਾਂ ਚੀਜ਼ ਸਾਫ਼ ਹੈਗੀ ਆ, ਜਿਹੜੀ ਸੱਤਾ ਉਹ ਕੋਈ ਵੀ ਹੈ ਇਸ ਸਮੇਂ ਮੌਜੂਦਾ ਸਿਸਟਮ ਦੇ ਵਿੱਚ, ਉਹ ਡਾਢਿਆਂ ਨਾਲ ਖੜਦੀ ਹੈ। ਤੇ ਉਹ ਪਾਰਟੀ ਜਿਹਨੇ ਮਤਲਬ 9 ਮਹੀਨੇ ਪਹਿਲਾਂ ਜਿੰਨੀ ਰਫ਼ਤਾਰ ਨਾਲ, ਜਿੰਨੀ ਤੇਜ਼ੀ ਨਾਲ ਵਾਅਦੇ ਕੀਤੇ ਸੀਗੇ, ਜਿੰਨਾ ਉਹਦਾ ਇੱਕਦਮ ਪੰਜਾਬੀਆਂ ਨੇ ਉਭਾਰ ਕੀਤਾ ਸੀ, ਓਨੀ ਨਿਵਾਨਤਾ ਨਾਲ ਹੀ ਉਹ ਡਿੱਗ ਰਹੀ ਹੈ। ਇਹ ਮਤਲਬ ਇਹ ਕੋਈ ਚੰਗਾ ਸ਼ਗਨ ਨਹੀਂ ਹੈ ਸੂਬੇ ਲਈ ਕਿ ਪੰਜਾਬ ਦੇ ਲੋਕਾਂ ਨੇ ਐਕਸਪੈਰੀਮੈਂਟ ਕੀਤਾ ਸੀ। ਘੱਟੋ ਘੱਟ ਉਹਨਾਂ ਦੇ ਉੱਤੇ ਤੁਸੀਂ 2 ਸਾਲ ਤੱਕ ਖਰੇ ਉਤਰਦੇ ਨਾ ਹੈ। ਤੁਸੀਂ ਤਾਂ 2 ਮਹੀਨੇ ਹੀ ਖਰੇ ਉਤਰ ਜਾਂਦੇ, ਕੁਛ ਦਿਨ ਹੀ ਨਹੀਂ ਉਤਰੇ ਕਿਉਂਕਿ ਸਹੁੰ ਚੁੱਕਣ ਤੋਂ ਹੀ ਪਤਾ ਲੱਗ ਗਿਆ ਵੀ ਕਿੰਨਾ ਡਾਢਾ ਪੈਸਾ ਇਹਨਾਂ ਨੇ ਖਰਚ ਕਰਤਾ ਸੀਗਾ। ਸੋ ਇਸ ਕਰਕੇ ਇਹਨਾਂ ਨੇ ਬਹੁਤ ਘੱਟ ਦੇਰੀ ਲਾਈ, ਜਾਂ ਇਹ ਕਹਿ ਲਓ ਕਿ ਜਿੰਨੀ ਛੇਤੀ ਇਹਨਾਂ ਦਾ ਮਿਆਰ ਇੱਕਦਮ ਉੱਤੇ ਹੋਇਆ ਸੀਗਾ, ਇਹ ਚੜਾਈ ਤੇ ਗਏ ਸੀ, ਉਨੀ ਨਿਵਾਣ ਨਾਲ ਥੱਲੇ ਆ ਰਹੇ ਹੈਗੇ ਨੇ। ਇਹ ਸੰਗਰੂਰ ਦੀ ਬਾਈ ਇਲੈਕਸ਼ਨ ਨੇ ਸਾਨੂੰ ਦਿਖਾ ਵੀ ਦਿੱਤਾ ਇਹ ਚੀਜ਼ ਤਜਰਬਾ ਕਰਕੇ। ਸੋ ਇਸ ਕਰਕੇ ਮੈਨੂੰ ਹੁਣ ਇਹੀ ਜਿਹੜੀ ਲੱਗ ਰਹੀ ਹੈਗੀ ਹੈ, ਜੋ ਦੁੱਖ ਵਾਲੀ ਚੀਜ਼ ਲੱਗ ਰਹੀ ਹੈ ਕਿ ਕਿਸਾਨ ਉਸ ਦੇ ਵਿਰੁੱਧ ਸੰਘਰਸ਼ ਕਰ ਰਹੇ ਨੇ, ਉਸ ਪਾਰਟੀ ਦੇ ਜਿਹਨੂੰ ਕਿ ਕਿਸਾਨਾਂ ਨੇ ਖੁਦ ਬਣਾਇਆ ਸੀਗਾ ਆਪਣੇ ਹੱਥਾਂ ਦੇ, ਆਪਣੇ ਵੋਟਾਂ ਪਾ ਕੇ ਆਪਣੇ ਬਣਾਇਆ। ਉਹਦਾ ਕਾਰਨ ਕੀ ਸੀ? ਕਿਉਂਕਿ ਕਿਸਾਨ ਮੋਰਚੇ ਜਿੰਨੇ ਵੀ ਭਾਸ਼ਣ ਹੋਏ ਸੀ ਉਹਦਾ ਇੱਕੋ ਇੱਕ ਹੀ ਸੀਗਾ ਵੀ ਪੁਰਾਣਿਆਂ ਨੂੰ ਬਦਲੋ ਭਾਈ, ਜਿਹਦੇ ਕਰਕੇ ਇਹਨਾਂ ਨੂੰ ਬੈਠੇ ਬਿਠਾਏ ਮਿਲ ਗਿਆ ਸਾਰਾ ਕੁਛ। ਤੇ ਹੁਣ ਕਹਾਣੀ ਮਿਲ ਗਿਆ ਨਾ, ਥਾਲੀ 'ਚ ਪਰੋਸਾ ਮਿਲ ਗਿਆ। ਹੁਣ ਕਹਾਣੀ ਇਹ ਹੈਗੀ ਹੈ ਕਿ ਜਿਹੜੇ ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਲਗਾਤਾਰ ਕਿਸਾਨਾਂ ਵਿਰੋਧੀ ਸਮੱਸਿਆਵਾਂ ਕ੍ਰੀਏਟ ਕਰ ਰਹੇ ਨੇ। ਇਹਦੇ ਵਿੱਚ ਹੁਣ ਪਤਾ ਨਹੀਂ, ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਨੂੰ ਚਾਹੀਦਾ ਕਿ ਹੁਣ ਜਦੋਂ ਸਾਰੇ ਜਨਤਾ
ਇੱਕ ਪਾਸੇ ਹੋਵੇ ਤੇ ਸਰਮਾਏਦਾਰ ਇੱਕ ਪਾਸੇ ਹੋਣ ਤਾਂ ਸਿਆਣੀ ਸਰਕਾਰ ਨੂੰ ਤਾਂ ਘੱਟੋ ਘੱਟ ਲੋਕਾਂ ਨਾਲ ਖੜਨਾ ਚਾਹੀਦਾ, ਕਿਉਂਕਿ ਇਹ ਇਹਨਾਂ ਦਾ ਵੈਸੇ ਵੀ ਨੁਕਸਾਨ ਕਰੇਗੀ। ਜੇ ਇੱਕ ਹੁੰਦਾ ਨਾ ਪੋਲੀਟੀਕਲ ਨੁਕਸਾਨ, ਸਿਆਣਾ ਲੀਡਰ ਕਦੇ ਪੋਲੀਟੀਕਲ ਨੁਕਸਾਨ ਵੀ ਨਹੀਂ ਚਾਹੁੰਦਾ ਹੁੰਦਾ, ਤੇ ਆਵਾਮ ਪੱਖੋਂ ਉਸ ਐਂਗਲ ਤੋਂ ਹੀ ਦੇਖ ਲੈਣ, ਮਤਲਬ ਹੋਰ ਵਿਚਾਰਧਾਰਕ ਗੱਲਾਂ ਜਿਹੜੀਆਂ ਦੂਜੀਆਂ ਗੱਲਾਂ ਤਾਂ ਪਰਾਂ ਛੱਡੋ, ਪਰ ਇਸ ਐਂਗਲ ਤੋਂ ਹੀ ਤੁਸੀਂ ਦੇਖ ਲਓ ਨਾ ਵੀ ਭਾਈ ਨੁਕਸਾਨ ਨਾ ਤੁਸੀਂ ਆਪਣਾ ਕਰਵਾਓ, ਤੇ ਉਹ ਨੁਕਸਾਨ ਵੀ ਇਹ ਮਤਲਬ ਕਰਵਾ ਰਹੇ ਨੇ। ਇਹ ਬਿਲਕੁਲ ਗੱਲ ਇਹ ਨਾ ਵੀ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਨੁਕਸਾਨ ਨਾ ਕਰੋ, ਜਿੱਦ ਫੜੀ ਖੜੇ ਨੇ ਇੱਕ ਤਰ੍ਹਾਂ ਨਾਲ। ਦੇਖੋ ਉਹ ਵੀ ਜਿਹੜੇ ਨੇ ਉਹ ਡਾਢੇ ਨੇ ਨਾ, ਉਹ ਕਿਉਂਕਿ MLA ਨੇ। ਤੁਸੀਂ ਵੈਸੇ ਵੀ ਫਰੀਦਕੋਟ ਵਾਲਿਆਂ ਨੂੰ ਪੁੱਛੋ ਤਾਂ ਦੀਪ ਮਲਹੋਤਰਾ ਕਹਿੰਦੇ ਪਹਿਲਾਂ ਹੀ ਬਹੁਤ ਹੀ ਇਗੋਇਸਟਿਕ ਬੰਦਾ। ਸਹੀ, ਠੀਕ ਹੈ। ਤੇ ਜਿਸ ਢੰਗ ਦੇ ਨਾਲ ਇਹਨੇ ਇੱਥੇ ਪਿੱਛੇ ਜੇ ਸਾਨੂੰ ਯਾਦ ਹੈ ਕਿ ਇਹਦੀ ਸੰਗਤ ਫੈਕਟਰੀ ਸੀ, ਉੱਥੇ ਰੇਡ ਪਈ, ਤੇ ਇਹ ਵੀ ਚਰਚਾਵਾਂ ਆਈਆਂ ਕਿ ਉੱਥੇ ਬਾਹਰ ਭੇਜਣ ਜਿਹੜੀਆਂ ਦਾਰੂ ਦੀਆਂ ਪੇਟੀਆਂ ਜਾਂ ਹੋਰ ਬਾਹਰ ਭੇਜਣੀਆਂ ਸੀ, ਉਹਨਾਂ ਦੇ ਜਾਲੀ ਸਟਿੱਕਰ ਲੈਬਲ ਬਰਾਮਦ ਹੋਏ, ਬੋਤਲਾਂ ਬਰਾਮਦ ਹੋਈਆਂ, ਮਾਰਕੇ ਬਰਾਮਦ ਹੋਏ ਵੀ ਕਿੱਥੇ ਭੇਜਣੀਆਂ ਨੇ, ਤੇ ਪਰ ਉਹ ਅੰਦਰ ਅੰਦਰ ਹੀ ਖਪਾ ਲਿਆ ਗਿਆ। ਮੈਨੂੰ ਉਹ ਗੱਲ ਯਾਦ ਆ ਗਈ, ਕੋਈ ਅੱਜ ਤੋਂ 30 ਸਾਲ ਪਹਿਲਾਂ ਇੱਕ ਜ਼ਿਕਰ ਹੁੰਦਾ ਸੀ, ਕਹਿੰਦੇ ਜੀ ਕਿ ਸੇਲ ਟੈਕਸ ਮਹਿਕਮੇ ਦਾ ਇੰਸਪੈਕਟਰ ਮਲੇਰਕੋਟਲੇ ਤੇ ਅਹਿਮਦਗੜ੍ਹ ਮੰਡੀ ਦੇ ਵਿਚਾਲੇ ਕਿਸੇ ਵੱਡੇ ਧਨਾੜ ਦੀ ਫੈਕਟਰੀ ਛਾਪਾ ਮਾਰਨ ਗਿਆ ਤੇ ਉਹਨੂੰ ਉੱਥੋਂ ਦੇ ਬੋਇਲਰ 'ਚ ਹੀ ਸਿੱਟ ਦਿੱਤਾ। ਇਸੇ ਤਰ੍ਹਾਂ ਖਰੜ ਦੇ ਵਿੱਚ ਖਮਾਣੋ ਮੰਡੀ ਦੇ ਵਿੱਚ ਬੜੇ ਤਕੜੇ ਡਾਢੇ ਸ਼ੈਲਰ ਵਾਲੇ ਨੇ, ਕਹਿੰਦੇ ਬੜਾ ਪੈਸਾ ਉਹਨਾਂ ਕੋਲੇ ਬਣ ਗਿਆ, ਤੇ ਉਹ ਵੀ ਕਹਿੰਦੇ ਨੇੜੇ ਨਹੀਂ ਸੀ ਫਟਕਣ ਦਿੰਦੇ ਕਿਸੇ ਨੂੰ। ਇਹ ਦੇਖੋ, ਇਹਦਾ ਇੱਕ ਚੀਜ਼ ਤਾਂ ਹੈ ਆਪਣਾ ਦਾਨੇ ਵਾਲੀ ਸਭ ਉਹ ਦੇਖਣ ਵਾਲੀ ਹੈ। ਇੱਕ ਚੀਜ਼ ਮੈਨੂੰ ਇਹਦਾ ਚੰਗਾ ਵੀ ਸ਼ਗਨ ਲੱਗਦਾ, ਕਿਉਂਕਿ ਜਦੋਂ ਆਪਾਂ ਸਵਾਲ ਹੀ ਪੁੱਛਦੇ ਹੁੰਦੇ ਆ ਨਾ ਵੀ ਕਿਸਾਨ ਮੋਰਚੇ ਦੀ ਪ੍ਰਾਪਤੀ ਕੀ ਹੈ, ਕਿਸਾਨ ਮੋਰਚੇ ਦੀ ਪ੍ਰਾਪਤੀ ਹੈਗੀ ਕਿ ਕਿਸਾਨੀ ਸੰਘਰਸ਼ ਜਿੱਤਣ ਤੋਂ ਬਾਅਦ, ਜਿਵੇਂ ਕਿਸਾਨ ਜਥੇਬੰਦੀਆਂ ਨੇ ਕਿਹਾ ਨਾ ਕਿ ਵਾਤਾਵਰਨ ਨੂੰ ਅਸੀਂ ਇਸ਼ੂ ਬਣਾਵਾਂਗੇ ਆਪਣਾ, ਜਾਂ ਅਸੀਂ ਪੰਜਾਬ ਦੇ ਚੌਗਿਰਦੇ ਨੂੰ ਇੱਕ ਇਸ਼ੂ ਬਣਾਵਾਂਗੇ। ਉਹ ਹੁਣ ਅਗਲਾ ਜਿਹੜਾ ਇਹਨਾਂ ਦਾ ਸੀ, ਕਿਉਂਕਿ ਜਿਹੜਾ ਇੱਕ ਪ੍ਰੈਸ਼ਰ ਗਰੁੱਪ ਹੁੰਦੇ ਆ ਨਾ, ਉਹਨਾਂ ਨੇ ਹੁਣ ਐਂ ਤਾਂ ਪ੍ਰਭਾਵ ਪਾਉਣਾ ਨਹੀਂ ਹੁੰਦਾ ਵੀ ਸੱਤਾ ਜਾ ਕੇ ਜੀ ਐਂ ਕਰ ਲਿਆ, ਉਹਨਾਂ ਨੇ ਤਾਂ ਇਸ਼ੂ ਹਾਈਲਾਈਟ ਕਰਨੇ ਹੁੰਦੇ ਨੇ। ਤੇ ਇਹ ਵਾਤਾਵਰਨ ਦਾ ਜਿਉਂ ਹੀ ਇਸ਼ੂ ਹਾਈਲਾਈਟ ਹੋਇਆ ਪੰਜਾਬ 'ਚ, ਇੱਕ ਇਹਨੂੰ ਡਿਫਰੈਂਟ ਨਜ਼ਰੀਏ ਤੋਂ ਦੇਖੋ। ਉਹ ਕੀ ਹੈ ਕਿ ਉਹਦੇ ਵਿੱਚ ਭਾਈ ਕਿੱਥੇ ਸੀਚੀਆ ਵਰਗਾ ਹੋ ਗਿਆ, ਉਹ ਵੀ ਐਕਸਪੋਜ਼ ਹੋ ਗਿਆ, ਕਿੱਥੇ ਆ ਜਿਹੜੇ ਆਮ ਖਾਸ ਬਣੇ ਫਿਰਦੇ ਸੀ ਉਹ ਵੀ ਐਕਸਪੋਜ਼ ਹੋ ਗਏ। ਇੱਥੇ ਹੁਣ ਉਹੀ ਆ ਗਏ। ਦਾ ਮਤਲਬ ਕੀ ਆ ਕਿ ਜਿਹੜੇ ਵਾਤਾਵਰਨ ਵਾਲੇ ਇਸ਼ੂ ਆ ਨਾ, ਇੱਥੇ ਬਥੇਰੇ ਤੁਰੇ ਫਿਰਦੇ ਨੇ NGO ਟਾਈਪ ਦੇ, ਉਹ NGO ਟਾਈਪ ਨਹੀਂ ਜਿਹਦੇ ਹੈਗੇ ਇੱਥੇ। ਹੁਣ ਇਹ ਹੁਣ ਦਿਖਣਗੇ ਉਦੋਂ ਜਦੋਂ ਹੁਣ ਪੂਰੀ ਪੀਕ ਤੇ ਜਾਊਗਾ ਅੰਦੋਲਨ, ਪੀਕ ਤੇ ਜਾਊਗਾ ਤੇ ਜਿੱਤ ਦਿਖਣ ਲੱਗੀ ਹੋਊਗੀ, ਫਿਰ ਤੁਹਾਡੇ ਕੋਲ ਉਹ NGO ਵਾਲੇ ਵੀ ਆ ਜਾਣਗੇ ਵੀ ਅਸੀਂ ਵੀ ਹੈਗੇ ਆ ਜੀ ਨਾਲ ਖੜੇ। ਪਰ ਜਦੋਂ ਜਿਹੜੀ ਮੁੱਢਲੀ ਲੜਾਈ ਹੈ, ਮੁੱਢਲੀ ਲੜਾਈ ਉਹੀ ਲੜਦੇ ਹੁੰਦੇ ਨੇ ਜਿਹੜੇ ਸੱਚੀ ਮੁੱਚੀ ਲੋਕਾਂ ਦੇ ਨਾਲ ਖੜੀਆਂ ਹੋਈਆਂ ਜਥੇਬੰਦੀਆਂ ਹੁੰਦੀਆਂ, ਲੋਕਾਂ ਲਈ ਜੁਝਾਰੂ ਹੁੰਦੀਆਂ ਨੇ, ਉਹ ਜਿਹੜੇ ਰਿਸਕ ਲੈ ਸਕਦੀਆਂ ਹੁੰਦੀਆਂ, ਜਿਵੇਂ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਨੇ, ਜਿਵੇਂ ਕਿ ਸਾਡੀਆਂ ਮਜ਼ਦੂਰ ਜਥੇਬੰਦੀਆਂ ਹੈਗੀਆਂ ਨੇ ਪੰਜਾਬ ਦੀਆਂ ਹੈ। ਤੇ ਇਹਦੇ ਤੋਂ ਇੱਕ ਲੋਕਾਂ ਨੂੰ ਵੀ ਸਿੱਖ ਮਿਲਦੀ ਹੈ ਵੀ ਭਾਈ ਜਿਹੜਾ ਤੁਹਾਡੇ ਲਈ ਅਸਲੀ ਲੜਨ ਵਾਲੇ ਕੌਣ ਆ। ਇੱਥੇ ਹਾਲੇ ਕੋਈ ਬਹੀਰ ਬਹੂਰ ਵਾਲਾ ਵੀ ਨਹੀਂ ਆਇਆ ਹੈਗਾ, ਜੇ ਮੈਂ ਗਲਤ ਨਾ ਹੋਵਾਂ ਤਾਂ, ਤੇ ਜਿਹੜਾ ਲੋਕਾਂ ਨੂੰ ਕਹਿੰਦਾ ਫਿਰਦਾ ਵੀ ਮੈਨੂੰ ਸਿਰ ਚਾਹੀਦੇ, ਹਾਲੇ ਸਿਰ ਸੁਰ ਮੰਗਣ ਵਾਲੇ ਵੀ ਬਹੁਤੇ ਨਹੀਂ ਆਏ ਹੈਗੇ ਇੱਥੇ ਹਾਲੇ। ਤੇ ਜਦੋਂ ਪਹਿਲਾਂ ਆਇਆ ਸੀ ਉਦੋਂ ਵੀ ਉਹ ਭੜਕਾਊ ਜਿਹੀ ਬਿਆਨਬਾਜ਼ੀ ਦੇ ਕੇ ਚਲਿਆ ਗਿਆ। ਹੁਣ ਮੁੱਦਾ ਦੂਜਾ ਹਾਈਲਾਈਟ ਹੋ ਗਿਆ ਜੀ, ਉਹਦੀ ਫਲਾਣੇ ਉਹਦੇ ਚੈਨਲ ਬੰਦ ਕਰਤੇ, ਫਲਾਣੇ ਹੋ ਗਏ। ਸੋ ਕਹਿਣ ਦਾ ਮਤਲਬ ਹੈਗਾ ਵੀ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਸਬਕ ਮਿਲਣਾ ਚਾਹੀਦਾ ਕਿ ਸਾਡੇ ਨਾਲ ਅਸਲ ਲੜਨ ਵਾਲੇ ਸਾਡੇ ਲਈ ਕੌਣ ਹੈਗੇ ਨੇ, ਸਾਡੇ ਅਸਲ ਭਲਾ ਚੰਗਾ ਚਾਹੁਣ ਵਾਲੇ ਕੌਣ ਹੈਗੇ ਨੇ। ਇੱਕ ਤਾਂ ਇਹ ਚੀਜ਼ ਹੈ। ਵਾਤਾਵਰਨ ਦੇ ਮੁੱਦੇ ਤੇ ਅਸਲ ਲੜਾਈ ਕਿਵੇਂ ਹੋ ਸਕਦੀ ਹੈ? ਕੋਈ ਅਸਲ ਲੜਾਈ ਦੇਖੋ, ਵਾਤਾਵਰਨ ਦੇ ਅਰਗਾ ਮੁੱਦਾ ਇੰਨਾ ਇਹੋ ਜਿਹਾ ਮੁੱਦਾ ਬਣ ਚੁੱਕਿਆ ਨਾ, ਹਰੇਕ NGO ਵਗੈਰਾ ਇੱਥੋਂ ਪੈਸੇ ਕਮਾਉਂਦੀਆਂ ਫਿਰਦੀਆਂ ਨੇ। ਇੱਥੇ ਸਾਡੇ ਬਹੁਤ ਸਾਰੇ ਸਾਧ ਸੰਤ ਵੀ ਤੁਰੇ ਫਿਰਦੇ ਨੇ ਜੀ, ਅਸੀਂ ਰੁੱਖ ਲਾਉਣੇ ਆ, ਬੂਟੇ ਲਾਉਣੇ ਆ। ਇੱਥੇ ਨੰਨੀਆਂ ਛਾਵਾਂ ਵਰਗੇ ਵੀ ਤੁਰੇ ਫਿਰਦੇ ਹੁੰਦੇ ਸੀ ਪੰਜਾਬ 'ਚ। ਪਰ ਵਾਤਾਵਰਨ ਦਾ ਅਸਲ ਮੁੱਦਾ ਜਦੋਂ ਚੱਕਿਆ ਜਾਂਦਾ ਹੈਗਾ, ਇੱਕ ਰੈਸ਼ਨਲ ਢੰਗ ਨਾਲ ਚੱਕਿਆ ਜਾਂਦਾ, ਉਦੋਂ ਫਿਰ ਕੋਈ ਵੀ ਨਹੀਂ ਖੜਦਾ। ਉਦੋਂ ਫਿਰ ਖੜਦੇ ਉਹੀ ਨੇ ਜਿਹੜੇ ਜੂਝਣ ਵਾਲੇ ਨੇ ਜੀ। ਬਿਲਕੁਲ, ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਜੇ ਕਿਸਾਨਾਂ ਨੂੰ ਜਦੋਂ ਤੁਹਾਨੂੰ ਬੜਾ ਇਹ ਹੋ ਗਿਆ ਸੀ ਵੀ ਕਿਸਾਨ ਵਿਕ ਗਏ ਜੀ, ਫਲਾਨਾ ਹੋ ਗਿਆ ਜੀ, ਇਹ ਕਾਮਰੇਡ ਨੇ ਜੀ, ਇਹ ਹੁਣ ਦੇਖਾਂਗੇ ਕਿਵੇਂ ਧਰਨੇ ਲਾਉਂਦੇ ਨੇ। ਤੇ ਹੁਣ ਦੇਖੋ ਉੱਥੇ ਪੰਜਾਬ ਕਿਵੇਂ ਫੇਰ ਆਪਦੇ ਜਿਹਨੂੰ ਅਸਤਿਤਵ ਦੀ ਜਿਹੜੀ ਆ ਉਹ ਉੱਥੇ ਪ੍ਰਦਰਸ਼ਨ ਕਰਦਾ ਨਜ਼ਰ ਆ ਰਿਹਾ ਵੀ ਅਸਤਿਤਵ ਦੀ। ਆਪਾਂ ਇੱਕ ਤਾਂ ਲੜਾਈ ਲੜਦੇ ਆ, ਇੱਕ ਉਹ ਅਸਤਿਤਵ ਦਾ ਹੀ ਪ੍ਰਦਰਸ਼ਨ ਕਰਦਾ ਨਜ਼ਰ ਆ ਰਿਹਾ। ਬਿਲਕੁਲ। ਸੋ ਇਸ ਕਰਕੇ ਇੱਕ ਖੂਬਸੂਰਤੀ ਵੀ ਹੈ ਪੰਜਾਬ ਦੀ ਸਾਡੇ ਦੀ, ਕਿਉਂਕਿ ਜੇਕਰ ਇਹ ਕਿਤੇ ਹੋਰ ਹੁੰਦੇ ਸੂਬੇ 'ਚ, ਉੱਥੇ ਜਿਵੇਂ ਮੋਦੀ ਨੇ ਕੀਤਾ ਹੁੰਦਾ ਨਾ, ਮੰਤਰ ਮੁਗਧ ਕੀਤਾ ਹੁੰਦਾ, ਉੱਥੇ ਤਾਂ ਆਵਾਮ ਨੂੰ ਸੰਘਰਸ਼ ਕਰਨ ਵਾਲਿਆਂ ਦੇ ਖਿਲਾਫ ਹੀ ਖੜੇ ਕਰ ਦੇਣਾ ਸੀਗਾ ਇਹਨਾਂ ਨੇ। ਤੇ
ਪੰਜਾਬ ਦੇ ਵਿੱਚ ਇਹ ਫਿਤਰਤ ਹੈ ਕਿ ਪੰਜਾਬ ਜਦੋਂ ਸੰਘਰਸ਼ ਕਰਦਾ ਕੋਈ ਉਹਦੇ ਨਾਲ ਖੜਦਾ ਹੈਗਾ। ਪੰਜਾਬ ਨੇ ਕਿਉਂਕਿ ਸਾਰਾ ਕੁਝ ਆਪਣੀ ਵਿਰਾਸਤ ਵਿੱਚੋਂ ਸਿੱਖਿਆ ਹੋਇਆ, ਇਹ ਗੁੜਤੀ ਪੰਜਾਬ ਨੇ ਗੁਰੂ ਸਾਹਿਬਾਨ ਤੋਂ ਲਈ ਹੋਈ ਹੈ, ਸਾਡੇ ਸੂਫੀਆਂ ਤੋਂ ਲਈ ਹੋਈ ਹੈ, ਇਹ ਸਾਡੇ ਜਿਹੜੇ ਯੋਧਿਆਂ ਤੋਂ ਲਈ ਹੋਈ ਹੈ। ਉਹ ਗੁੜਤੀ ਦਾ ਜਿਹੜਾ ਪ੍ਰੋਗਰੈਸਿਵ ਤੱਤ ਹੈ ਉਹ ਅਜੇ ਵੀ ਕਿਤੇ ਨਾ ਕਿਤੇ ਪੰਜਾਬੀਆਂ 'ਚ ਵਿਰਾਜਮਾਨ ਹੈਗਾ। ਜੋ ਉਹਦੇ ਵਿੱਚ ਫਿਰ ਸਾਨੂੰ ਇੱਕੋ ਹੀ ਸਮੇਂ ਗੁਰੂ ਨਾਨਕ ਸਾਹਿਬ ਜੋਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ, ਇੱਕੋ ਹੀ ਸਮੇਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ, ਇੱਕੋ ਹੀ ਸਮੇਂ ਸਾਨੂੰ ਜਿਹੜਾ ਗਦਰੀ ਯੋਧੇ ਸਾਡੇ ਭਗਤ ਸਿੰਘ ਸਰਾਭੇ ਵਰਗੇ ਸਾਨੂੰ ਵਾਰਸ ਦਿਖਦੇ ਹੈਗੇ ਨੇ, ਜਾਂ ਕਹਿ ਲਓ ਕਿ ਉਹਨਾਂ ਦਾ ਆਸ਼ੀਰਵਾਦ ਦਿਖਦਾ ਹੈਗਾ ਪੰਜਾਬੀਆਂ ਨੂੰ। ਇਹ ਇੱਕ ਚੰਗੀ ਚੀਜ਼ ਹੈਗੀ। ਇਹਦੇ ਵਿੱਚ ਐਕਸਪੋਜ਼ ਉਹ ਹੁੰਦੇ ਨੇ ਜਿਹੜੇ ਹੁਕਮਰਾਨ ਨੇ, ਹੁਕਮਰਾਨਾਂ ਨੇ ਐਕਸਪੋਜ਼ ਦੇਖੋ ਅੱਜ ਵੀ ਹੋਣਾ, ਕੱਲ ਵੀ ਹੋਣਾ, ਭਲਕ ਵੀ ਹੋਣਾ ਹੈਗਾ। ਲੇਕਿਨ ਇਹ ਚੰਗਾ ਸ਼ਗਨ ਹੈ ਕਿ ਪੰਜਾਬ ਲੜ ਰਿਹਾ, ਪਰ ਇਹਦੇ ਨਾਲ ਕੁਝ ਚਿੰਤਾਵਾਂ ਵੀ ਹੁੰਦੀਆਂ, ਕਿਉਂਕਿ ਜਿਵੇਂ ਆਪਾਂ ਨੂੰ ਕਿਸਾਨ ਮੋਰਚੇ ਸੀਗਾ ਵੀ ਉਹ ਲੜਾਈ ਨੂੰ ਗਲਤ ਬੰਦੇ ਆ ਕੇ ਜਿਹੜੀ ਕਿ ਲੈ ਦੇ ਕੇ ਬਾਅਦ ਵਿੱਚ ਸਟੇਟ ਦੇ ਪੱਖ 'ਚ ਭੁਗਤ ਜਾਂਦੀ, ਉਧਰ ਨਾ ਹੋ ਜੇ। ਇੱਥੇ ਵੀ ਮੈਨੂੰ ਹਾਲੇ ਚਿੰਤਾ ਵੀ ਕੋਈ, ਕਿਉਂਕਿ ਇੱਥੇ ਹੁਣ ਦੋਵੇਂ ਸਾਰੇ ਤਰ੍ਹਾਂ ਦੇ ਲੋਕ ਆਏ ਹੋਏ ਨੇ ਲੜਨ ਵਾਸਤੇ, ਜਿਹਦੇ ਵਿੱਚ ਕਿ ਤੱਤੇ ਵੀ ਨੇ, ਠੰਡੇ ਵੀ ਹੈਗੇ ਨੇ, ਤੇ ਵਿਚਾਲੇ ਵਾਲੇ ਵੀ ਨੇ, ਤੇ ਉਹ ਮਤਲਬ ਕੋਈ ਏਦਾਂ ਦੇ ਤੱਤ ਨਾਲ ਇਹਦੇ ਵਿੱਚ ਕਾਬੂ ਆ ਜਾਣ, ਅੱਗੇ ਹੋ ਜਾਣ, ਜਿਹਦੇ ਵਿੱਚ ਕੋਈ ਕਿਤੇ ਆਪਾਂ ਹੁੰਦਾ ਨਾ ਵੀ ਜਿਵੇਂ ਬੰਗਾਲ ਦੇ ਵਿੱਚੋਂ ਮਮਤਾ ਬੈਨਰਜੀ ਨਿਕਲਿਆ ਹੀ, ਲੈ ਦੇ ਕੇ ਕੰਮ ਤਾਂ ਉਹਦਾ ਵੀ ਇਹੋ ਜਿਹਾ ਹੀ, ਨੰਦੀਗ੍ਰਾਮ ਤੇ ਸਿੰਗੂਰ ਚੋਂ ਮਮਤਾ ਬੈਨਰਜੀ ਨਿਕਲਿਆ ਹੀ, ਕਿਤੇ ਇੱਥੇ ਕੋਈ ਲੱਖੇ ਸਿਧਾਣੇ ਵਰਗਾ ਦਾਦਾ ਨਾ ਨਿਕਲ ਆਵੇ। ਇਹ ਵੀ ਹੈਗਾ ਮੇਰੇ ਵਰਗੇ ਬੰਦੇ ਦਾ ਖਦਸ਼ਾ ਹੈਗਾ। ਨਹੀਂ ਵਾਕਿਆ ਦੇਖੋ ਇਹੋ ਜਿਹੇ ਬੰਦੇ ਤਾਂ ਆਉਣਗੇ, ਅੱਜ ਨਹੀਂ ਆਉਂਦੇ। ਮੈਂ ਅੱਗੇ ਵੀ ਰੇਡੀਓ ਦੇ ਉੱਤੇ ਕਈ ਵਾਰੀ ਗੱਲ ਕੀਤੀ ਹੈ, ਬਟ ਅਸੀਂ ਪੜ੍ਹਦੇ ਹੁੰਦੇ ਸੀ, ਹਬੋਰ ਸਾਡਾ ਅੰਦੋਲਨ ਚੱਲ ਪਿਆ, ਅੰਦੋਲਨ ਇਹੋ ਜਿਹਾ ਸਿਖਰਾਂ ਤੇ ਆ ਗਿਆ ਸ਼ਵਿੰਦਰ ਜੀ ਕਿ 7 ਦਿਨ ਬਾਜ਼ਾਰ ਬੰਦ ਲਗਾਤਾਰ ਉਹਨਾਂ ਦਿਨਾਂ 'ਚ, ਕਿਸ ਵਿਦਿਆਰਥੀ ਅੰਦੋਲਨ ਦੇ ਸਮਰਥਨ ਦੇ ਵਿੱਚ ਸਿਟੀ ਪੁਲਿਸ ਸਟੇਸ਼ਨ ਦੇ ਬਾਹਰ ਘਿਰਾਓ ਹੋ ਜਾਂਦਾ ਹੈ। ਤੇ ਅਸੀਂ ਕੀ ਕੀਤਾ, ਅਸੀਂ ਇਹ ਗੱਲ ਕਹਿਤੀ ਵੀ ਹੁਣ ਧਿਆਨ ਰੱਖਿਓ, ਕਿਉਂਕਿ ਇੱਕ ਤਾਂ ਪਿੰਡ 'ਚ ਪਾਰਟੀ ਬਾਜੀ ਵੀ ਸੀਗੀ, ਉੱਥੋਂ ਵੀ ਸਾਨੂੰ ਗਾਈਡੈਂਸ ਬਜ਼ੁਰਗਾਂ ਤੋਂ ਮਿਲਦੀ ਸੀ, ਫਰੀਡਮ ਸਟਰਗਲ ਦੇ ਵਿੱਚ ਵੀ ਪਰਿਵਾਰ ਨੇ ਜਿਹੜਾ ਹੈ ਉਹਦੇ 'ਚ ਯੋਗਦਾਨ ਪਾਇਆ, ਤੇ ਬਜ਼ੁਰਗਾਂ ਦੀ ਗਾਈਡੈਂਸ ਵੀ ਸੀ। ਉਹ ਕਹਿੰਦੇ ਨਾ ਥੋੜ੍ਹਾ ਜਿਹਾ ਧਿਆਨ ਰੱਖਿਓ, ਕਿਉਂਕਿ ਸਾਡੇ ਤਾਇਆ ਜੀ ਵੀ ਪੁਲਿਸ ਦੇ ਬੜੇ ਸੀਨੀਅਰ ਅਧਿਕਾਰੀ ਰਹੇ ਨੇ, IG ਉਦੋਂ DGP ਰੈਂਕ ਹੁੰਦਾ ਸੀ। ਉਹ ਕਹਿੰਦੇ ਕਾਕਾ ਥੋੜ੍ਹਾ ਜਿਹਾ ਧਿਆਨ ਰੱਖਿਓ, ਆਪਦੇ ਆਲੇ ਦੁਆਲੇ ਸਿਆਣੇ ਬੰਦੇ ਲਾਇਓ। ਇਸ਼ਾਰਾ ਬਹੁਤ ਸੀ। ਅਸੀਂ ਜੀ ਬੜੇ ਸੂਝਵਾਨ ਮੁੰਡੇ ਜਿਹੜੇ ਨਰਮਤ ਵੀ ਅਸੀਂ ਆਲੇ ਦੁਆਲੇ ਲਾਤੇ ਵੀ ਧਿਆਨ ਰੱਖਿਓ ਵੀ ਕੋਈ ਬੰਦਾ ਸ਼ਰਾਰਤ ਨਾ ਕਰੇ। ਤੇ 1 ਘੰਟੇ ਬਾਅਦ ਜੀ ਇੱਕ ਬੰਦੇ ਦੀ ਧੌਣ ਫੜੀ, ਪਿਆਰ ਨਾਲ ਉਹ ਲਈ ਆਉਣ, ਕੋਈ ਧੱਕਾ ਲਾਲਾ ਤਾਂ ਹੋਈ ਵੀ ਆ ਨਹੀਂ, ਉਹਨਾਂ ਨੇ ਕਹੇ ਪਾਸੇ ਹੋ ਜਾਓ, ਸਟੇਜ ਤੇ ਲੈ ਕੇ ਜਾਣਾ। ਉਹ ਬੰਦਾ ਕੌਣ ਨਿਕਲਿਆ ਜੀ? ਪੁਲਿਸ ਮੁਲਾਜ਼ਮ। ਤੇ ਕੀ ਕਰ ਰਿਹਾ ਸੀ? ਮੋਟਰਸਾਈਕਲ ਨੂੰ ਅੱਗ ਲਾ ਰਿਹਾ ਸੀ, ਕੋਸ਼ਿਸ਼ ਕਰ ਰਿਹਾ ਸੀ ਵੀ ਮੋਟਰਸਾਈਕਲ ਨੂੰ ਅੱਗ ਲਾਈਏ, ਅੱਗ ਜਣੀ ਹੋਊਗੀ, ਪੁਲਿਸ ਫਾਇਰਿੰਗ ਕਰੂਗੀ, ਇਹ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼। ਬਿਲਕੁਲ। ਸੋ ਉਦੋਂ ਜਦੋਂ ਅਸੀਂ ਬੰਦਾ ਫੜ ਲਿਆ ਤਾਂ ਉੱਥੇ ਮੈਨੂੰ ਅੱਜ ਵੀ ਯਾਦ ਆ, ਅਨੰਤਰਾਮ ਸ਼ਰਮਾ SHO ਹੁੰਦੇ ਸੀ, ਇੰਸਪੈਕਟਰ, DSP ਫਾਜ਼ਿਲਕਾ ਹੁੰਦਾ ਸੀ। ਫਿਰ ਨਾਲ ਦੀ ਨਾਲ ਮੀਟਿੰਗ ਹੋਈ ਜੀ, ਹੁਣ ਆਪਾਂ ਨੂੰ ਕਹਿੰਦੇ ਜੇ ਇੰਨੇ ਸਿਆਣੇ ਇਹਨਾਂ ਦੇ ਲੀਡਰ ਨੇ ਨਾ, ਤੇ ਸਾਨੂੰ ਹੁਣ ਬੈਕਫੁੱਟ ਤੇ ਆਉਣਾ ਪਊਗਾ। ਤੇ ਫਿਰ ਸਾਡੀਆਂ ਮੰਗਾਂ ਮੰਨੀਆਂ ਗਈਆਂ। ਉਸ ਵਕਤ ਦੇ ਜਿਹੜੇ DSP ਸੀ, ਪ੍ਰੋਬੇਸ਼ਨਰ ਸੀ, ਅਸੀਂ ਉਹਦੀ ਸਸਪੈਂਸ਼ਨ ਦੀ ਮੰਗ ਕਰ ਰਹੇ ਸੀ, ਕਿਉਂਕਿ ਉਹ ਪ੍ਰੋਬੇਸ਼ਨਰ ਸੀਗਾ, ਤੇ ਜੇ ਪ੍ਰੋਬੇਸ਼ਨ 'ਚ ਸਸਪੈਂਡ ਹੋ ਜਾਂਦਾ, ਘਰੇ ਤੁਰ ਜਾਂਦਾ। ਫਿਰ ਇਸ ਗੱਲ ਤੇ ਰਾਜੀਨਾਮਾ ਹੋ ਗਿਆ ਕਿ ਇਹਨਾਂ ਦੀ ਟਰਾਂਸਫਰ ਕਰ ਦਿਓ, ਫਿਰ ਟਰਾਂਸਫਰ ਹੋਈ ਸੀ। ਸੋ ਚੀਜ਼ਾਂ ਕੀ ਨੇ, ਕਿਉਂਕਿ ਬੰਦੇ ਭੇਜਣਗੇ, ਡਾਢੇ ਨੇ ਇਹ ਬੰਦੇ ਵਿੱਚ ਭੇਜਣਗੇ, ਖਰੀਦਣਗੇ, ਕਿਉਂਕਿ ਤੁਸੀਂ ਵੀ ਸਿਆਣੇ, ਹਰ ਸਮਾਜ ਦੇ ਵਿੱਚ ਬਕਾਊ ਮਾਲ ਹੁੰਦਾ। ਉਹਦੇ ਵਿੱਚ ਜਿਹੜਾ ਨਾ ਤੁਹਾਡਾ ਖਦਸ਼ਾ ਹੈ ਬਿਲਕੁਲ ਸਹੀ ਹੈ। ਇਹਦੇ ਵਿੱਚ ਇੱਕ ਧਿਆਨ ਰੱਖਣ ਦੀ ਲੋੜ ਆ, ਕਿਉਂਕਿ ਮੈਂ ਥੋੜਾ ਜਿਹਾ ਦੇਖ ਰਿਹਾ ਵੀ ਇਹ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਉਹਦੇ ਵਿੱਚੋਂ ਵੀ 1-2 ਥੋੜ੍ਹੀਆਂ ਜਿਹੀਆਂ ਲਾਰੂ ਕਿਸਮ ਦੀਆਂ ਵੀ ਹੈਗੀਆਂ। ਮੈਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦਾ। ਹੁੰਦੀਆਂ ਦੇਖੋ, ਸਰਕਾਰ ਪੱਖੀ ਪੱਤਰਕਾਰ ਵੀ ਹੁੰਦੇ ਨੇ, ਹਮੇਸ਼ਾ ਹੀ ਤੁਸੀਂ ਨੋਟ ਕਰੋ। ਇਸੇ ਤਰ੍ਹਾਂ ਦਫ਼ਤਰਾਂ ਦੇ ਵਿੱਚ ਉਹੀ ਬੰਦੇ, ਉਹੀ ਸ਼ਹਿਰਾਂ ਦੀਆਂ ਪੀਸ ਕਮੇਟੀਆਂ, ਜਿਹੜਾ ਮਰਜ਼ੀ ਸਰਕਾਰ ਹੋਵੇ, ਨਵਾਂ ਅਫਸਰ ਆਊਗਾ ਉਹਨਾਂ ਨੂੰ ਹੀ ਬੁਲਾਊਗਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਸਰਕਾਰਾਂ ਦਾ ਪੱਖ ਹੀ ਪੂਰਨਾ। ਹਾਂ, ਇਹਦੇ ਵਿੱਚ ਬਸ ਇੱਕ ਚੀਜ਼ ਹੀ ਮੈਨੂੰ ਲੱਗਦਾ ਕਿ ਆਪਣਾ ਤਜਰਬਾ ਤਾਂ ਇਹੀ ਕਹਿੰਦਾ ਹੈਗਾ, ਸ਼ਾਇਦ ਤੁਹਾਡਾ ਵੀ ਇਹੀ ਹੋਵੇ ਇੱਦਾਂ ਨਾਲ ਹੀ ਸਭ, ਕਿ ਜਿਵੇਂ ਕਿਸਾਨ ਮੋਰਚਾ ਨਾ ਸਮੁੱਚੀ ਏਕਤਾ ਰੱਖ ਕੇ ਜਿੱਤਿਆ ਗਿਆ ਸੀਗਾ। ਜਿਹੜੇ ਇਹਦੇ ਮੋਰਚੇ ਨੇ, ਕਿਉਂਕਿ ਕਿਸਾਨ ਮੋਰਚੇ ਨੇ ਸਾਨੂੰ ਨਾ ਉਹ ਸਿੱਖ ਦਿੱਤੀ ਹੈ। ਹਰ ਮੋਰਚਾ, ਹਰ ਅੰਦੋਲਨ ਕੋਈ ਵੱਡਾ ਹੁੰਦਾ ਉਹ ਸਿੱਖ ਦਿੰਦਾ, ਕਿ ਸਾਡੇ ਕਿਸਾਨ ਮੋਰਚੇ ਨੇ ਵੀ ਸਾਨੂੰ ਸਿੱਖ ਦਿੱਤੀ ਹੈ ਵੀ ਜੇਕਰ ਤੁਸੀਂ ਇਕੱਠੇ ਹੋ ਕੇ ਲੜੋਗੇ ਤਾਂ ਜਿੱਤੋਗੇ, ਚਾਹੇ ਉਹ ਲੜਾਈ ਕੋਈ ਵੱਡੀ ਹੋਵੇ ਜਾਂ ਛੋਟੀ ਹੋਵੇ। ਜੇ ਤੁਸੀਂ ਆਪਣੀ ਪੀਪਣੀ ਵਜਾਉਂਦੇ ਰਹੇ, ਫਿਰ ਹੁਕਮਰਾਨ ਜਿੱਤਣਗੇ, ਫਿਰ ਜ਼ੁਲਮ ਕਰਨ ਵਾਲਾ ਜਿੱਤੂਗਾ, ਫਿਰ ਉਹ ਤੁਹਾਨੂੰ ਆਪਸ ਵਿੱਚ ਪਹਿਲਾਂ ਤਾਂ ਪਾੜੂਗਾ, ਫਿਰ ਤੁਹਾਨੂੰ ਕੱਲੇ ਨੂੰ ਸੇਕੂਗਾ। ਮਤਲਬ ਇਹ ਹੁਣ ਆਪਾਂ ਸਿੱਖਣਾ ਵੀ ਅਸੀਂ ਕਿੱਦਾਂ ਲੜਾਈ ਲੜਦੀ ਹੈ ਜੀ। ਸੋ ਇਸ ਦੇ ਨਾਲ ਹੀ ਅਸੀਂ ਜੀ ਸਾਡੇ ਸਾਹਿਬਜ਼ਾਦਿਆਂ ਦੀ, ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵੀ
ਸਲਾਮ ਕਰਦੇ ਹਾਂ ਜੀ, ਪ੍ਰਣਾਮ ਕਰਦੇ ਹਾਂ ਤੇ ਸਲੂਟ ਕਰਦੇ ਹਾਂ ਕਿ ਇਹੋ ਜਿਹੇ ਸਾਡੇ ਜਿਹੜੇ ਰਹਿਨੁਮਾ ਸੀ ਜਿਨ੍ਹਾਂ ਨੇ ਸਾਨੂੰ ਜਿਉਣਾ ਸਿਖਾਇਆ। ਮੈਂ ਇਸ ਨੂੰ ਬੜੇ ਪ੍ਰਾਊਡਲੀ ਕਿਤੇ ਵੀ ਕਹਿੰਦਾ ਕਿ ਸਾਡੀ ਕੌਮ ਜਿਹੜੀ ਆ ਉਹ ਸ਼ਹੀਦਾਂ ਦੀ ਕੌਮ ਹੈ, ਕਿਤੇ ਝੁਕੀ ਨਹੀਂ। ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮੰਦਾ ਕਹਿਣ ਵਾਲੀ ਕੌਮ ਹੈ, ਪਰ ਇਹਦੇ ਵਿੱਚ ਵੀ ਗੰਗੂ ਵਰਗੇ ਹੁੰਦੇ ਨੇ ਕਈ। ਉਹਦੇ ਵਿੱਚ ਅੱਜ ਜਿਹੜਾ ਹੈਗਾ ਅਸਲ 'ਚ ਜੋ ਚਿੰਤਾ ਦਾ ਵਿਸ਼ਾ ਹੈਗਾ, ਦੇਖੋ ਇਹ ਦਿਨ ਜਿਹੜਾ ਹੈਗਾ ਸ਼ਹੀਦੀ ਦਿਨ ਹੈ, ਇਹ ਹਮੇਸ਼ਾ ਸਿੱਖ ਭਾਈਚਾਰੇ ਵਾਸਤੇ ਖਾਸ ਕਰਕੇ, ਪਰ ਸਿਰਫ ਸਿੱਖ ਭਾਈਚਾਰੇ ਤੱਕ ਹੀ ਮਹਿਦੂਦ ਨਹੀਂ ਰਹਿੰਦਾ ਇਹ, ਕਿਉਂਕਿ ਸਾਡਾ ਪੰਜਾਬ ਦਾ ਕਲਚਰ ਸਾਂਝਾ ਹੁੰਦਾ। ਅਸੀਂ ਤਾਂ ਮੈਂ ਤਾਂ ਅੱਜ ਦੇਖਿਆ ਕਿ ਅੱਜ ਮੈਂ ਆ ਰਿਹਾ ਸੀਗਾ ਇੱਧਰੋਂ ਅੰਬਾਲੇ ਕੰਨਿਓ, ਮੇਰੇ ਮੋਹਾਲੀ ਆ ਰਿਹਾ ਸੀਗਾ, ਇੱਥੇ ਇੱਧਰ ਅੰਬਾਲੇ ਦੇ ਵਿੱਚ ਲੰਗਰ ਲਾਇਆ ਹੋਇਆ ਸੀ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ, ਉਹ ਸਾਰੇ ਹਿੰਦੂ ਭਰਾਵਾਂ ਨੇ ਲਾਇਆ ਹੋਇਆ ਸੀਗਾ। ਉਹਦੇ ਵਿੱਚੋਂ ਮੈਨੂੰ ਸਿੱਖ ਇੱਕ ਅੱਧਾ ਦੇਖਿਆ, ਫਿਰ ਮੈਂ ਪੁੱਛਿਆ ਵੀ, ਮੈਂ ਕਿਹਾ ਇਹ ਸਾਰੇ, ਫਿਰ ਨਾਵਾਂ ਤੋਂ ਪਤਾ ਲੱਗਿਆ, ਉਹ ਕਹਿੰਦੇ ਵੀ ਇੱਥੇ ਸਿੱਖਵਾਦੀ ਥੋੜੀ ਜਿਹੀ ਘੱਟ ਹੈ ਇਸ ਪਿੰਡ ਦੇ ਵਿੱਚ, ਪਰ ਉਹ ਅਸੀਂ ਆਪਣੇ ਵੱਲੋਂ ਲਾਇਆ। ਫਿਰ ਮੈਂ ਇੱਧਰ ਪਹੁੰਚਦਾ ਆਪਣੀ ਸੁਸਾਇਟੀ ਦੇ ਵਿੱਚ ਆ ਗਿਆ। ਮੇਰੀ ਸੁਸਾਇਟੀ ਦੇ ਵਿੱਚ ਲਗਭਗ 50-50 ਆਬਾਦੀ ਹੈ, ਜਿਹੜੀ 50% ਸਿੱਖ ਆਬਾਦੀ ਹੈ ਤੇ 50% ਆਬਾਦੀ ਹਿੰਦੂ ਆ। ਉਹ ਬਹੁਤੇ ਬਾਹਰੋਂ ਆਏ ਹੋਏ ਨੇ, ਯੂਪੀ ਤੋਂ, ਤੁਹਾਡੇ ਹਿਮਾਚਲ ਤੋਂ ਵਗੈਰਾ ਤੋਂ, ਤੇ ਉਹਦੇ ਵਿੱਚੋਂ ਵੀ ਜਿਹੜੀ ਕਮਾਨ ਸੀਗੀ ਜ਼ਿਆਦਾ ਉਹ ਸੀਗੀ ਆਪਣੇ ਹਿੰਦੂ ਭਾਈਆਂ ਦੇ ਹੱਥ ਸੀਗੀ। ਚਲੋ ਇਹ ਤਾਂ ਹੋ ਗਿਆ ਵੀ ਉਹ ਇੱਕ ਜਿਹੜੀ ਲਾਸਾਨੀ ਕੁਰਬਾਨੀ ਹੁੰਦੀ ਹੈ, ਉਹ ਸ਼ਹੀਦ ਫਿਰ ਇੱਕ ਦੇ ਨਹੀਂ ਰਹਿੰਦੇ, ਉਹ ਸਾਂਝੇ ਹੋ ਜਾਂਦੇ ਨੇ। ਪਰ ਇਹਨੂੰ ਦੇਖੋ ਕਿਸ ਤਰ੍ਹਾਂ ਜਿਹੜਾ ਭਗਵਾਂ ਕਰਨ ਕੀਤਾ ਜਾ ਰਿਹਾ। ਹਾਂ, ਉਹਦੇ ਤੇ ਹੀ ਮੈਂ ਆਉਣਾ ਚਾਹੁੰਦਾ ਸੀ। ਇੱਕ ਤਾਂ ਸੀਗਾ ਇਹ ਚੀਜ਼ ਹੈਗੀ ਆ ਜਿਹੜੀ ਕਿ ਇੱਕ ਚੰਗੀ ਚੀਜ਼ ਹੈਗੀ ਆ, ਜਿਹਨੂੰ ਕਿ ਇਸ ਕੁਰਬਾਨੀ ਨੂੰ ਸਾਰੇ ਯਾਦ ਕਰਦੇ ਨੇ, ਬਲਕਿ ਜੇ ਤੁਸੀਂ ਮਲੇਰਕੋਟਲੇ ਵੱਲ ਜਾਓ ਉੱਥੇ ਮੁਸਲਮਾਨ ਭਾਈਚਾਰਾ ਵੀ ਯਾਦ ਕਰਦਾ, ਕਿਉਂਕਿ ਇਹਦੇ ਨਾਲ ਇੱਕ ਹਾਜ਼ਰ ਨਾਰਾ ਵੀ ਜੁੜਿਆ ਹੋਇਆ। ਆਪਾਂ ਨੂੰ ਪਤਾ ਹਾਜ਼ਰ ਨਾਰਾ ਗੁਰਦੁਆਰਾ ਵੀ ਬਣਿਆ ਹੋਇਆ ਹੈਗਾ ਮਲੇਰਕੋਟਲੇ ਦੇ ਵਿੱਚ। ਸੋ ਇਸ ਕਰਕੇ ਇਹਨੂੰ ਜਿਹੜਾ ਨਾ ਇਹ ਸ਼ਹੀਦੀ ਦਾ ਦਿਹਾੜਾ, ਇਹ ਮਤਲਬ ਇੱਕ ਤਰ੍ਹਾਂ ਨਾਲ ਆਪਣੇ ਪੂਰੇ ਪੰਜਾਬੀ ਜਨਜੀਵਨ ਦਾ ਹੀ ਹਿੱਸਾ ਬਣ ਜਾਂਦਾ ਹੈਗਾ, ਕਿਉਂਕਿ ਉਹ 'ਚ ਦੋ ਤਿੰਨ ਕਈ ਕੁਛ ਆ ਜਾਂਦੇ। ਇੱਕ ਸਿੱਖ ਧਰਮ ਦੇ ਐਂਗਲ ਤੋਂ ਆ ਜਾਂਦਾ ਵੀ ਸਾਡੇ ਗੁਰੂ ਦੇ ਬੱਚੇ ਨੇ ਜਿਹੜੇ ਉਹ ਛੋਟੀ ਉਮਰ ਦੇ ਵਿੱਚ ਝੁਕੇ ਨਹੀਂ ਹੈਗੇ, ਲੇਕਿਨ ਇਹਦੇ ਵਿੱਚ ਇਹਦੇ ਇੱਕ ਘਟਨਾ ਦੇ ਨਾ ਇਤਿਹਾਸਕ ਘਟਨਾ ਦੇ ਕਈ ਐਂਗਲ ਹੁੰਦੇ ਨੇ। ਮੈਂ ਹੁਣ ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਬਹੁਤ ਸਾਰੇ ਗੀਤ ਕਥਾਵਾਂ ਸੁਣਦੇ ਹਾਂ, ਉਹ ਸਾਨੂੰ ਐਂ ਵੀ ਹੁੰਦਾ, ਸਾਨੂੰ ਆਪਣੇ ਬੱਚੇ ਵੀ ਯਾਦ ਆਉਂਦੇ ਨੇ ਵੀ ਗੁਰੂ ਸਾਹਿਬ ਨੇ ਤਾਂ ਆਪਣੇ ਬੱਚੇ ਕੁਰਬਾਨ ਕਰ ਦਿੱਤੇ ਕੌਮ ਦੇ ਲਈ, ਲੇਕਿਨ ਅਸੀਂ ਆਪਣੇ ਬੱਚੇ ਨਹੀਂ ਕਰ ਸਕਦੇ ਹੈਗੇ। ਮਤਲਬ ਇਹ ਇੱਕ ਵੀ ਜਜ਼ਬਾ ਹੁੰਦਾ, ਉਹ ਵੀ ਮਤਲਬ ਇੱਕ ਰਿਸਪੈਕਟ ਹੁੰਦੀ ਹੈ ਉਹਨਾਂ ਬੱਚਿਆਂ ਲਈ, ਉਸ ਦਾਦੀ ਲਈ ਵੀ ਕੋਈ ਦਾਦੀ ਆਪਣੇ ਜਿਹੜੇ ਲਖਤੇ ਜ਼ਿਕਰ ਨੂੰ ਇਸ ਤਰ੍ਹਾਂ ਨਹੀਂ ਕੁਰਬਾਨ ਕਰ ਸਕਦੀ ਜਿਵੇਂ ਮਾਤਾ ਗੁਜਰੀ ਜੀ ਨੇ ਇਹ ਕੀਤਾ ਹੈਗਾ। ਤੇ ਸਗੋਂ ਬਹੁਤ ਕਹਾਣੀਕਾਰਾਂ ਨੇ ਮੈਂ ਦੇਖਿਆ, ਉਹਨਾਂ ਨੇ ਸਗੋਂ ਤਸਵੀਰ ਵਧੀਆ ਨਹੀਂ ਪੇਸ਼ ਕੀਤੀ। ਕਈ ਮੈਂ ਦੇਖੋ ਜੀ, ਉਹ ਤਾਂ ਉਹਨਾਂ ਨੇ ਦੇਖੋ ਜੇ ਫਿਲਮ ਹੈ, ਕਹਾਣੀ ਹੈ, ਉਹ ਅਸਲੀਅਤ ਦਾ ਮਿਕਸਚਰ ਜਿਹੜਾ ਹੁੰਦਾ ਹੈ। ਪਰ ਜਿਹੜੀ ਦੇਖੋ ਸਾਡੇ ਕਈ ਵਾਰੀ ਇਤਿਹਾਸਕਾਰ ਵੀ ਢਾਡੀ ਕਹਿ ਦਿੰਦੇ ਆ, ਉਹ ਵੀ ਜੋਸ਼ ਭਰਨ ਦੇ ਲਈ ਆਪਦੇ ਕੋਲੋਂ ਵੀ ਕਈ ਚੀਜ਼ਾਂ ਲਾ ਜਾਂਦੇ ਨੇ। ਚਲੋ ਵੀ ਲੱਗਦਾ, ਮੈਂ ਬਚਪਨ ਸੁਣਦਾ ਹੁੰਦਾ ਸੀਗਾ, ਲੇਕਿਨ ਬਾਅਦ ਵਿੱਚ ਉਹ ਕਹਾਣੀ ਬਿਲਕੁਲ ਉਲਟ ਸੀ ਵੀ ਦਾਦੀ ਜੀ ਬਹੁਤ ਤੜਫ ਰਹੇ ਨੇ ਬੱਚਿਆਂ ਲਈ, ਉਹ ਕਹਿ ਰਹੇ ਨੇ ਆਏ ਨਹੀਂ ਆਏ। ਨਹੀਂ, ਸਗੋਂ ਦਾਦੀ ਨੇ ਤਾਂ ਸਿੱਖ ਦਿੱਤੀ ਸੀਗੀ ਵੀ ਉੱਥੇ ਜਾ ਕੇ ਡੋਲਣਾ ਨਹੀਂ ਹੈਗਾ, ਵੀ ਉੱਥੇ ਜਾ ਕੇ ਤੁਸੀਂ ਜ਼ੋਰ ਦੇਣੇ ਫਤਿਹ ਬੁਲਾਉਣੀ ਹੈਗੀ, ਤੇ ਉਹ ਤੁਹਾਨੂੰ ਕੋਈ ਵੀ ਲਾਲਚ ਦੇ ਤੇ ਤੁਸੀਂ ਉਹਨਾਂ ਲਾਲਚਾਂ 'ਚ ਨਹੀਂ ਆਉਣਾ, ਜਿਹੜੀ ਕਿ ਇੱਕ ਹਾਰੀ ਸਾਰੀ ਦਾਦੀ ਦੇ ਵਾਸਤਾ ਰੋਕ ਨਹੀਂ ਹੈਗਾ। ਪਹਿਲੀ ਗੱਲ ਤਾਂ ਹੈਗੀ ਹੈ, ਤੇ ਅਸੀਂ ਇਸ ਲਈ ਵੀ ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ। ਅਸੀਂ ਇਸ ਲਈ ਵੀ ਕਰਦੇ ਹਾਂ, ਜਿਵੇਂ ਉਦਾਹਰਨ ਦੇ ਤੌਰ ਤੇ ਉੱਥੇ ਜਿਹੜਾ ਮਲੇਰਕੋਟਲੇ ਦਾ ਨਵਾਬ ਸੀ, ਉਹਦਾ ਤਾਂ ਹੁਣ ਤੁਸੀਂ ਦੇਖੋ ਨਾ ਉਹਦੀ ਹਿਸਟਰੀ ਕੀ ਸੀਗੀ। ਉਹਦੇ ਜਿੰਨੇ ਵੀ ਰਿਸ਼ਤੇਦਾਰ ਸੀ ਸਾਰੇ ਗੁਰੂ ਜੀ ਨਾਲ ਲੜਦੇ ਹੋਏ ਹੀ ਮਰੇ ਸੀਗੇ, ਤੇ ਉਹਨੂੰ ਕਿਹਾ ਵੀ ਕਿ ਵੀ ਹੁਣ ਤੂੰ ਬਦਲਾ ਲੈ ਲਾ। ਉਹਦਾ ਐਂਗਲ ਵੱਖਰਾ ਸੀ, ਉਹ ਕਹਿੰਦਾ ਵੀ ਮੈਂ ਬਦਲਾ ਲਊਂਗਾ ਤਾਂ ਉਹਦੇ ਤੋਂ ਲਊਂਗਾ ਜਿਹਦੇ ਨਾਲ ਮੇਰੀ ਦੁਸ਼ਮਣੀ ਹੈਗੀ ਆ, ਪਰ ਇਹ ਛੋਟੇ ਬੱਚਿਆਂ ਨੂੰ ਮਤਲਬ ਤੋਂ ਬਦਲਾ ਲੈਣ ਦੇ ਨਾ ਤਾਂ ਇਸਲਾਮ ਦੇ ਵਿੱਚ ਹੈਗਾ ਵਾ, ਨਾ ਹੀ ਹੈਗਾ। ਉਹ ਆਪਾਂ ਸਭ ਤੋਂ ਭੈੜਾ ਨਾ ਦੁਸ਼ਮਣੀ ਦਾ ਜੀ, ਬਿਲਕੁਲ। ਉਹਦੇ ਵਿੱਚ ਵੀ ਅਗਲਾ ਕਹਿੰਦਾ ਵੀ ਔਰਤਾਂ ਤੇ ਬੱਚਿਆਂ ਨਾਲ ਨਹੀਂ ਬਈ ਨਾ, ਬਜ਼ੁਰਗਾਂ ਨਾਲ ਵੀ। ਤੇ ਇਹ ਮਤਲਬ ਉਹਦਾ ਵਿਰੋਧ ਕੀਤਾ ਸੀਗਾ। ਸੋ ਇਸ ਕਰਕੇ ਇਹ ਜਿਹੜੀ ਘਟਨਾ ਸੀ ਨਾ, ਮਹਾਨ ਦੁਖਦਾਈ ਘਟਨਾ ਸੀ, ਮਹਾਨ ਪਰ ਕੁਰਬਾਨੀ ਸੀਗੀ। ਉਹਨੂੰ ਹਰੇਕ ਪੰਜਾਬੀ ਮਾਨਸ ਆਪਣੇ ਆਪਣੇ ਐਂਗਲ ਤੋਂ ਦੇਖਦਾ, ਪਰ ਲੇਕਿਨ ਇਹ ਮੁੱਕਦੀ ਗੱਲ ਇਹ ਹੈਗੀ ਆ ਵੀ ਉਹਦਾ ਸ਼ਰਧਾ ਨਾਲ ਸਿਰ ਝੁਕਦਾ ਹੈਗਾ। ਇਹ ਇੱਕ ਤਰ੍ਹਾਂ ਦੀ ਕੁਰਬਾਨੀ, ਵੱਡੀ ਕੁਰਬਾਨੀ ਹੈ ਜਿਹੜੀ ਕਿ ਸਬਕ ਵੀ ਦਿੰਦੀ ਹੈ। ਇਹਦੇ ਹੋਰ ਵੀ ਸਬਕ ਬਹੁਤ ਨੇ, ਹਾਲਾਂਕਿ ਇਹਦੀ ਵਿਆਖਿਆ ਹਰੇਕ ਕੋਈ ਆਪੋ ਆਪਣੇ ਢੰਗ ਨਾਲ ਕਰਦਾ। ਤੁਹਾਨੂੰ ਇੱਥੇ ਇੱਕ ਅਨਪੜ੍ਹ ਗ੍ਰੰਥੀ ਐਂ ਕਰੂਗਾ ਵੀ ਦੇਖ ਲਓ ਮੁੰਡਿਓ, ਵੀ ਆਹ ਜਿਹੜਾ ਹੈਗਾ ਛੋਟੇ ਸਾਹਿਬਜ਼ਾਦੇ ਨੇ ਆਪਣੇ ਧਰਮ ਦੇ ਪਿੱਛੇ ਐਂ ਕੀਤਾ, ਤੇ ਤੁਸੀਂ ਆਪਣੇ ਧਰਮ ਨੂੰ ਬਚਾਉਣ ਲਈ ਚਾਰ ਸਿਰ ਨਹੀਂ ਲਾ ਸਕਦੇ। ਇਹ ਤਾਂ ਮਤਲਬ ਅਨਪੜ੍ਹ ਬੰਦਾ ਕਰੂਗਾ। ਲੇਕਿਨ ਇਹਦੀ ਜਿਹੜੀ ਜੇ ਜਮਹੂਰੀ ਅਧਿਕਾਰਾਂ ਤੋਂ ਦੇ ਐਂਗਲ ਤੋਂ ਗੱਲ ਕੀਤੀ ਜਾਵੇ ਜਾਂ ਫਿਰ ਜਿਹੜੀ ਗੁਰੂ ਸਾਹਿਬ ਦੀ ਸੱਚੀ ਆਪਣੀ ਭਾਵਨਾ ਸੀ, ਉਹ ਕੀ ਸੀਗੀ ਕਿ ਕੋਈ ਵੀ ਵਿਅਕਤੀ ਹੈ ਜਿਹੜਾ
ਉਹਨੂੰ ਧੱਕੇ ਨਾਲ ਜਿਹੜਾ ਹੈਗਾ ਉਹਦੇ ਧਰਮ ਤੋਂ, ਉਹਦੇ ਨਿਸ਼ਚੇ ਤੋਂ ਤੁਸੀਂ ਬਦਲਾਉਣਾ ਨਹੀਂ ਚਾਹੀਦਾ ਹੈਗਾ। ਉਹਦੇ ਉਹ ਵਿਰੋਧੀ ਸੀਗੇ, ਜਿਵੇਂ ਕਿ ਮੁਗਲ ਕਰਾ ਰਹੇ ਸੀਗੇ, ਲਾਲਚ ਦੇ ਰਹੇ ਸੀਗੇ, ਹੋਰ ਕਰ ਰਹੇ ਸੀਗੇ ਵੀ ਤੁਸੀਂ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਤੁਹਾਨੂੰ ਆਪਣੇ ਧਰਮ ਨੂੰ ਰੱਖਣ ਦਾ, ਛੱਡਣ ਦਾ, ਅਪਣਾਉਣ ਦਾ, ਕੁਝ ਵੀ ਕਰਨ ਦਾ ਖੁਦ ਅਧਿਕਾਰ ਹੈ, ਪਰ ਉਹ ਕਿਸੇ ਕੋਲ ਅਧਿਕਾਰ ਨਹੀਂ ਹੈਗਾ ਹੈ। ਤੇ ਇਸੇ ਕਰਕੇ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਜੀ, ਇਹਨਾਂ ਦੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਹਿੰਦੂ ਧਰਮ ਨੂੰ ਬਚਾਉਣ ਲਈ ਕੁਰਬਾਨੀ ਦੇ ਕੇ ਆਏ। ਉਹ ਐਕਚੁਅਲੀ ਹਿੰਦੂ ਧਰਮ ਨੂੰ ਬਚਾਉਣ ਲਈ ਨਹੀਂ ਸੀਗੀ, ਉਹ ਸੀਗੀ ਪੂਰੀ ਮਾਨਵਤਾ ਲਈ। ਜੇ ਕੋਈ ਹੋਰ ਧਰਮ ਹੁੰਦਾ ਉਹਨਾਂ ਨੇ ਤਾਂ ਵੀ ਏਦਾਂ ਹੀ ਕਰਨਾ ਸੀਗਾ। ਸੋ ਇਸ ਕਰਕੇ, ਲੇਕਿਨ ਅੱਜ ਜਿਹੜਾ ਨਰਿੰਦਰ ਮੋਦੀ ਨੇ ਭਾਸ਼ਣ ਦਿੱਤਾ, ਉਹ ਭਾਸ਼ਣ ਬਹੁਤ ਮੈਨੂੰ ਖਤਰਨਾਕ ਲੱਗਿਆ। ਮੈਨੂੰ ਖਤਰਨਾਕ ਹੀ ਨਹੀਂ ਲੱਗਿਆ, ਮੈਨੂੰ ਇਹ ਲੱਗਿਆ ਕਿ ਉਹ ਜਿਹੜੀ ਲਾਸਾਨੀ ਕੁਰਬਾਨੀ ਹੈ ਇਹਨੂੰ ਛੋਟਾ ਕਰਨ ਵਾਲਾ ਵੀ ਸੀਗਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਇਤਿਹਾਸ ਦੀ ਜਿਹੜੀ ਵਿਆਖਿਆ ਹੈਗੀ ਨਵੇਂ ਢੰਗ ਨਾਲ ਕਰਨੀ ਚਾਹੀਦੀ ਆ। ਉਹ ਭਾਰਤ ਦੇਸ਼ ਲਈ ਉਹਨਾਂ ਨੇ ਕੁਰਬਾਨ ਹੋਣ ਦੀ ਗੱਲ ਕਹਿ ਦਿੱਤੀ। ਇਹ ਵੀ ਕਹਿ ਦਿੱਤਾ ਕਿ ਗੁਰੂ ਸਾਹਿਬ ਦੀ ਜਿਹੜੀ ਸੋਚ ਸੀ ਨਾ, ਔਰ ਇੱਕ ਭਾਰਤ ਵਾਲੀ ਸੀ, ਜਿਹੜੀ ਇਹਨਾਂ ਲਈ ਹੈ ਇੱਕ ਭਾਰਤ ਅਨੇਕ ਭਾਰਤ ਨਾ, ਇੱਕ ਭਾਰਤ ਵਾਲੀ, ਇੱਕ ਭਾਰਤ ਸਰਵਸ਼੍ਰੇਸ਼ਠ ਭਾਰਤ। ਹੁਣ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਇਹ ਕੁਰਬਾਨੀ ਦੀ ਭਾਵਨਾ, ਕੋਈ ਆ ਜਿਹੜਾ ਭਾਰਤ ਇਹ ਬਣਾਉਣਾ ਚਾਹੁੰਦੇ ਨੇ ਨਾ, ਹਿੰਦੂਤਵ ਦੇ ਉੱਤੇ ਉਸਰਿਆ ਹੋਇਆ, ਜਾਂ ਇਸ ਕੁਰਬਾਨੀ ਨੂੰ ਇਹ ਐਂ ਵੀ ਦੇਖ ਰਹੇ ਨੇ ਵੀ ਜਿਵੇਂ ਮੁਸਲਮਾਨ ਵਿਰੋਧੀ ਜਿਹੜਾ, ਜਾਂ ਮੁਸਲਮਾਨ ਹਿੰਦੂ ਵਰਸਜ ਸਿੱਖ ਕਰਕੇ ਦੇਖ ਰਹੇ ਨੇ, ਤੇ ਜਾਂ ਸਿੱਖ ਵਰਸਜ ਸਿੱਖ ਕਹਿ ਲਓ, ਜੇ ਦੇਸੀ ਬੋਲ ਸਿੱਖ ਵਰਸਜ ਆਪਣਾ ਮੁਸਲਮਾਨ ਕਹਿ ਲਓ, ਏਦਾਂ ਸਮਝਾ ਰਹੇ ਨੇ, ਜੋ ਕਿ ਨਹੀਂ ਸੀਗੀ। ਕਿਉਂਕਿ ਦੇਖੋ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਰਿਹਾ ਮੈਂ, ਬਾਕੀਆਂ ਦੀ ਤਾਂ ਫੇਰ ਵੀ ਕਿਸੇ ਮੰਚ ਤੇ ਕੀਤੀ ਜਾ ਸਕਦੀ ਹੈ, ਕਿਉਂਕਿ ਅੱਜ ਆਪਾਂ ਛੋਟੇ ਸਾਹਿਬਜ਼ਾਦਿਆਂ ਨੂੰ ਗੱਲ ਕਰਦੇ ਹਾਂ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਸਲਮਾਨ ਵੀ ਬਹੁਤ ਸੀਗੇ, ਆਪਾਂ ਕਿਵੇਂ ਭੁੱਲ ਸਕਦੇ ਹੈਗੇ ਆ, ਤੇ ਆਪਾਂ ਗਨੀ ਖਾਨ, ਨਬੀ ਖਾਨ ਨੂੰ ਵੀ ਨਹੀਂ ਭੁੱਲ ਸਕਦੇ ਹੈਗੇ। ਤੇ ਇਸ ਕਰਕੇ ਗੁਰੂ ਸਾਹਿਬ ਦੀ ਪਹਿਲੀ ਗੱਲ ਤੇ ਯਾਦ ਰੱਖਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਲੜਾਈ ਕਿਸੇ ਧਰਮ ਨਾਲ ਨਹੀਂ ਸੀਗੀ, ਉਹਨਾਂ ਦੀ ਲੜਾਈ ਸੀ ਅਨਿਆਂ ਦੇ ਨਾਲ, ਜਿਹਨੂੰ ਆਪਾਂ ਆਮ ਦੇਸੀ ਬੋਲੀ 'ਚ ਕਹਿੰਦੇ ਆ ਧਰਮ ਤੇ ਅਧਰਮ। ਤੇ ਇਹ ਮੋਦੀ ਹੁਣ ਇਹਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹੈਗੇ ਨੇ ਜਿਵੇਂ ਮੁਸਲਮਾਨਾਂ ਦੇ ਵਿਰੁੱਧ ਉਹਨਾਂ ਦੀ ਲੜਾਈ ਸੀਗੀ, ਜੋ ਕਿ ਗਲਤ ਹੈ। ਉਹ ਸੀਗੀ ਹਾਕਮ ਜਮਾਤ ਨਾਲ, ਸਰਪ੍ਰਸਤੀ ਨਾਲ। ਉਹ ਸਰਪ੍ਰਸਤੀ ਗੱਦੀ ਦੇ ਉੱਤੇ ਕੋਈ ਵੀ ਬੈਠਾ ਹੁੰਦਾ, ਚਾਹੇ ਉਹ ਕੋਈ ਔਰੰਗਜ਼ੇਬ ਹੈ, ਜਾਂ ਕੋਈ ਕਿਸੇ ਹੋਰ ਨਾਂ ਦਾ, ਹਿੰਦੂ ਨਾਂ ਦਾ ਬੈਠਾ ਹੋਵੇ, ਜਾਂ ਕੋਈ ਸਿੱਖ ਨਾਂ ਦਾ ਹੀ ਕਿਉਂ ਨਾ ਬੈਠਾ ਹੋਵੇ। ਗੁਰੂ ਸਾਹਿਬ ਨੇ ਅਨਿਆਂ ਕਰਨ ਵਾਲੇ ਨਾਲ, ਕਿਉਂਕਿ ਗੁਰੂ ਸਾਹਿਬ ਨੇ ਤਾਂ ਮਸੰਦਾਂ ਨੂੰ ਵੀ ਸਜ਼ਾ ਦਿੱਤੀ ਸੀ, ਉਹ ਤਾਂ ਆਪਣੇ ਆਪ ਨੂੰ ਸਿੱਖੀ ਕਹਾਉਂਦੇ ਸੀ ਨਾ, ਤੇ ਇਸ ਕਰਕੇ ਇਹ ਲੜਾਈ ਨੂੰ ਛੋਟਾ ਕੀਤਾ ਗਿਆ। ਜਿਹੜਾ ਭਾਰਤੀਤਾ ਦਾ ਰੰਗ ਚਾੜਿਆ ਗਿਆ, ਉਹ ਵੀ ਇਸ ਲਈ ਚਾੜਿਆ ਗਿਆ ਕਿਉਂਕਿ ਦੇਖੋ, ਪਹਿਲੀ ਗੱਲ ਤਾਂ ਦਾਨੇ ਵਾਲੀ ਸਾਹਿਬ, ਜਿਹੜਾ ਰਾਸ਼ਟਰ ਦਾ ਕਨਸੈਪਟ ਹੈ ਨਾ, ਉਹ ਗੁਰੂ ਸਾਹਿਬ ਵੇਲੇ ਤਾਂ ਆਇਆ ਹੀ ਨਹੀਂ ਸੀਗਾ। ਰਾਸ਼ਟਰ ਦਾ ਕਨਸੈਪਟ ਹਾਲੇ 19ਵੀਂ ਸਦੀ ਦੇ ਵਿੱਚ ਆਉਣਾ ਸ਼ੁਰੂ ਹੁੰਦਾ, ਜਾਂ ਮੇਨ ਆਉਂਦਾ 20ਵੀਂ ਸਦੀ ਦੇ ਵਿੱਚ। ਜਿਹੜੇ ਆਪਣੇ ਇਰਫਾਨ ਹਬੀਬ ਵਰਗੇ ਇਤਿਹਾਸਕਾਰ ਉਹ ਤਾਂ ਦੱਸਦੇ ਨੇ ਕਿ 20ਵੀਂ ਸਦੀ 'ਚ ਜਦੋਂ ਆਜ਼ਾਦੀ ਮੂਵਮੈਂਟ ਚੱਲ ਰਹੀ ਸੀਗੀ, ਉਦੋਂ ਜਾ ਕੇ ਭਾਰਤ ਦੇ ਰਾਸ਼ਟਰਵਾਦ ਦਾ ਕਨਸੈਪਟ ਆਉਂਦਾ, ਜਿਹੜਾ ਮੁਕੰਮਲ ਉਦੋਂ ਹੁੰਦਾ ਜਦੋਂ 47 ਤੋਂ ਬਾਅਦ ਜਾ ਕੇ ਹੁੰਦਾ ਹੈਗਾ। ਉਹਦੇ ਵਿੱਚ ਵੀ ਹਾਲੇ ਕਈ ਤਰ੍ਹਾਂ ਦੇ ਸਵਾਲ ਖੜੇ ਨੇ ਕਿ ਭਾਰਤ ਇੱਕ ਰਾਸ਼ਟਰ ਹੈਗਾ ਕਿ ਨਹੀਂ ਹੈਗਾ, ਜਾਂ ਬਹੁ ਰਾਸ਼ਟਰ ਹੈਗਾ। ਇਹ ਇੱਕ ਲੰਮੀ ਡਿਬੇਟ ਹੈ ਮਤਲਬ, ਪਰ ਉਦੋਂ ਰਾਸ਼ਟਰ ਨਾਂ ਦੀ ਚੀਜ਼ ਹੀ ਨਹੀਂ ਸੀ। ਅੱਛਾ, ਹੋਰ ਦੇਖੋ, ਜਿਹੜਾ ਹੁਣ ਭਾਰਤ ਦਾ ਹੀ ਸੰਕਲਪ ਹੈ, ਉਹੀ ਚੰਗੀ ਤਰ੍ਹਾਂ ਨਹੀਂ ਸਾਹਮਣੇ ਉਦੋਂ ਉੱਭਰਿਆ ਸੀਗਾ, ਕਿਉਂਕਿ ਤੁਹਾਨੂੰ ਪਤਾ ਛੋਟੀ ਛੋਟੀ ਰਿਆਸਤਾਂ 'ਚ ਵੰਡੇ ਹੋਏ ਸੀਗੇ, ਉਹ ਆਪਸ ਵਿੱਚ ਲੜਦੀਆਂ ਰਹਿੰਦੀਆਂ ਸੀ ਰਿਆਸਤਾਂ। ਇਸ ਕਰਕੇ ਇੱਕ ਤਾਂ ਉਹ ਕਨਸੈਪਟ ਗਲਤ ਆ, ਜਿਹੜਾ ਧੱਕੇ ਨਾਲ ਗੁਰੂ ਸਾਹਿਬ ਦੀ ਜਾਂ ਗੁਰੂ ਸਾਹਿਬ ਦੇ ਬੱਚਿਆਂ ਦੀ ਕੁਰਬਾਨੀ ਨੂੰ ਜੋੜਨ ਦਾ ਕੀਤਾ ਜਾ ਰਿਹਾ। ਇਹਦੇ ਪਿੱਛੇ ਇੱਕ ਮਨਸ਼ਾ ਇਹੀ ਹੈ ਵੀ ਜਿਵੇਂ ਇਹਨਾਂ ਨੇ ਬੁੱਧ ਧਰਮ ਨੂੰ ਤੇ ਆਪਣਾ ਜੈਨ ਧਰਮ ਨੂੰ ਆਪਣੇ ਵਿੱਚ ਸਮੋ ਲਿਆ ਨਾ, ਹਿੰਦੂਤਵ ਦੇ ਰਾਹੀਂ, ਏਜੰਡੇ ਰਾਹੀਂ, ਉਸ ਤੋਂ ਸਿੱਖ ਧਰਮ ਨੂੰ ਵੀ ਸਮਾਉਣਾ ਚਾਹੁੰਦੇ ਨੇ। ਬਿਲਕੁਲ ਸਿੱਖ ਧਰਮ ਨੂੰ ਸਮਾਉਣਾ ਚਾਹੁੰਦੇ ਨੇ, ਕਿਉਂਕਿ ਇਹ ਗੱਲਾਂ ਜਿਹੜੀਆਂ ਖੜਕਦੀਆਂ ਨੇ। ਕਿਉਂਕਿ ਮੈਨੂੰ ਯਾਦ ਹੈ, ਜਦੋਂ ਤੁਹਾਨੂੰ ਵੀ ਯਾਦ ਹੋਏਗਾ, ਪੁਰੀ ਦੇ ਵਿੱਚ ਨਾਨਕ ਮੱਠ ਦਾ ਜਦੋਂ ਰੌਲਾ ਪੈਂਦਾ ਹੈ, ਢਾਹ ਢਵਈਏ ਦਾ ਤੇ ਹੋਰ ਉਹਨਾਂ ਦੇ ਪੋਜੈਸ਼ਨ ਦਾ, ਉਦੋਂ ਮੈਂ ਗਿਆ ਸੀ ਉੱਥੇ। ਤੇ ਉੱਥੇ ਜਿਹੜੇ RSS ਨਾਲ ਰਿਲੇਟਡ ਬੰਦੇ ਸੀ, ਉਹ ਕਹਿੰਦੇ ਜੀ ਸਿੱਖ ਤਾਂ ਸਾਡੇ ਕੀ ਕਹਿੰਦੇ ਨੇ, ਕਿਹੜਾ ਸਮਾਜ, ਕਿਹੜਾ ਕਹਿੰਦੇ ਇਹ ਮੈਂ ਨਾਂ ਭੁੱਲ ਗਿਆ, ਵੀ ਉਹਦੇ ਤਾਂ ਰਕਸ਼ਕ ਨਹੀਂ। ਹਰ ਹਿੰਦੂ ਪਰਿਵਾਰ ਦਾ ਵੱਡਾ ਮੁੰਡਾ ਸਿੱਖ ਹੁੰਦਾ ਸੀ। ਤੇ ਇਹੀ ਕਾਰਨ ਹੈ ਕਿ ਉਹ ਕਹਿੰਦੇ ਜੀ ਆਓ, ਅਸੀਂ ਤਾਂ ਛੇੜਿਆ ਹੀ ਨਹੀਂ, ਅੱਜ ਆ ਜਾਓ। ਸਾਡੇ ਉੜੀਸਾ ਦੇ ਸਿੱਖਾਂ ਨੂੰ ਅਸੀਂ ਕਹਿੰਦੇ ਹਾਂ ਕਿ ਕਬਜ਼ਾ ਜਿਹੜਾ ਸੇਵਾ ਲੈ ਲਓ, ਪਰ ਅਸੀਂ ਕਹਿੰਦੇ SGPC ਨੂੰ ਨਹੀਂ ਦੇਣੀ, ਕਿਉਂਕਿ ਉਹ ਦੂਰ ਹੈ। ਉਹ ਸਿੱਖਾਂ ਦੇ, ਇੱਥੋਂ ਦੇ ਸਾਡੇ ਉੜੀਸਾ ਦੇ ਸਿੱਖਾਂ ਦੇ ਜਿਹੜੇ ਇੰਟਰਸਟ ਨਹੀਂ ਵਾਚ ਕਰ ਸਕਦੇ। ਜੇਕਰ ਅੱਜ ਵੀ ਕਰੀਏ, ਅੱਜ ਦੀ ਗੱਲ ਵੀ ਲਈਏ, ਤਾਂ ਦੇਖੋ ਅੱਜ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜਿਹੜਾ ਦਿੱਲੀ ਦੇ ਵਿੱਚ ਮੇਜਰ ਧਿਆਨ ਸਿੰਘ ਸਟੇਡੀਅਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਿਹੜਾ ਇੱਥੇ ਸ਼ਰਧਾਂਜਲੀ ਸ਼ਬਦ ਜਿਹੜਾ ਕੀਤਾ ਗਿਆ ਨਾ, ਮੈਨੂੰ ਉਹ ਥੋੜ੍ਹਾ ਜਿਹਾ ਲੱਗਾ, ਨਹੀਂ ਸਲੂਟ ਕਹਿਣਾ ਸੀ, ਕਿਉਂਕਿ ਸ਼ਹੀਦੀ ਸ਼ਰਧਾਂਜਲੀ ਜਿਹੜੀ ਹੈ ਨਾ, ਮੈਨੂੰ ਨਹੀਂ ਚੰਗਾ ਲੱਗਿਆ ਇਹ ਸ਼ਬਦ ਨਿੱਜੀ ਤੌਰ ਤੇ। ਸੋ ਇੱਕ ਇਹ ਚੀਜ਼, ਸ਼ਹੀਦਾਂ ਨੂੰ ਸ਼ਰਧਾਂਜਲੀਆਂ ਲਈ ਭੇਂਟ ਕੀਤੀਆਂ ਜਾਂਦੀਆਂ ਹੁੰਦੀਆਂ, ਸਲੂਟ ਕੀਤਾ ਜਾਂਦਾ, ਸ਼ਹਾਦਤ ਨੂੰ ਸਲਾਮ ਕੀਤਾ ਜਾਂਦਾ ਜੀ।
ਇੱਕ ਤਾਂ ਇਹ ਚੀਜ਼ ਸਭ ਤੋਂ ਬੜੀ ਖਤਰਨਾਕ ਹੈ ਕਿਉਂਕਿ ਇਹਨਾਂ ਦਾ ਪੁਰਾਣਾ ਏਜੰਡਾ ਹੈਗਾ, ਉਸੇ ਏਜੰਡੇ ਤੇ ਮੋਦੀ ਚੱਲੇ। ਕਿਉਂਕਿ ਥੋੜਾ ਜਿਹਾ ਧਿਆਨ ਇਹ ਵੀ ਰੱਖੋ, ਜਦੋਂ ਆ ਬਾਬਰੀ ਮਸਜਿਦ ਵਾਲਾ ਹੋਇਆ ਸੀ ਨਾ ਘਟਨਾ, ਆਪਾਂ ਤੁਹਾਨੂੰ ਯਾਦ ਹੋਣਾ, ਉਦੋਂ ਵੀ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਸੀ ਵੀ ਉਹਨੇ ਗੁਰੂ ਨਾਨਕ ਸਾਹਿਬ ਜੀ ਆਏ ਸੀਗੇ, ਮਤਲਬ ਗੁਰੂ ਨਾਨਕ ਸਾਹਿਬ ਜੀ ਆਏ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਰਾਮ ਦੇ ਭਗਤ ਸੀਗੇ। ਪਹਿਲੀ ਗੱਲ ਤਾਂ ਹੈਗੀ ਹੈ ਕਿ ਸਾਰੀ ਗੁਰੂ ਨਾਨਕ ਬਾਣੀ ਚੱਕ ਕੇ ਦੇਖ ਲਓ ਤਾਂ ਇਸ ਗੱਲ ਦੇ ਉੱਤੇ ਕਹਿੰਦੀ ਹੈ ਵੀ ਰਾਮ ਕਿਹੜਾ ਹੈਗਾ, ਮਤਲਬ ਇੱਕ ਰਾਮ ਦਸ਼ਰਥ ਦਾ ਬੇਟਾ, ਇੱਕ ਰਾਮ ਮੇਰਾ ਰਾਮ ਹੈਗਾ ਵਾ, ਉਹ ਤਾਂ ਸਾਰੀ ਇਸ ਕਨਸੈਪਟ ਦੇ ਉੱਤੇ ਆਉਂਦੀ ਆ। ਅੱਛਾ, ਦੂਜੀ ਗੱਲ ਇਹ ਹੈਗੀ ਆ, ਫਿਰ ਇਹਨਾਂ ਨੇ ਇੱਕ ਹੋਰ ਉੱਥੇ ਝੂਠ ਬੋਲਿਆ ਜਦੋਂ ਸੁਪਰੀਮ ਕੋਰਟ ਦੇ ਵਿੱਚ, ਜਦੋਂ ਇਹਨਾਂ ਨੇ ਆਪਣੀ ਦਲੀਲਾਂ ਦੇਣੀਆਂ ਸੀਗੀਆਂ ਵੀ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਸੀਗੇ ਬਦਲਾ ਲੈ, ਉਹ ਵੀ ਬਦਲਾ ਲੈਣਾ ਚਾਹੁੰਦੇ ਸੀ, ਉਹਨਾਂ ਦਾ ਵੀ ਮਨ ਬੜਾ ਹੋਇਆ ਵੀ ਉਹਨਾਂ ਨੇ ਬਦਲਾ ਲਿਆ ਸੀ ਇੱਥੇ ਮੁਗਲਾਂ ਦੇ ਵਿਰੁੱਧ। ਇਹ ਮਤਲਬ ਦੋ ਵੱਡੇ ਝੂਠ ਨੇ ਜਿਹਦੇ ਬਾਰੇ ਕਿਸੇ ਵੀ ਸਿੱਖ ਵਿਦਵਾਨ ਨੇ ਦੀ ਹਿੰਮਤ ਨਹੀਂ ਹੋਈ, ਕਿਉਂਕਿ ਅਕਾਲੀ ਦਲ ਦਾ ਅਲਾਇੰਸ ਸੀਗਾ ਉਦੋਂ ਇਹਨਾਂ ਨਾਲ। ਮਨਜਿੰਦਰ ਸਿੰਘ ਅੱਗੇ ਨੇ ਬੋਲਣਾ ਕੀ ਸੀਗਾ ਕਿ ਵੀ ਤੁਸੀਂ ਇਹ ਤਾਂ ਕਹੋ ਵੀ ਇਹ ਝੂਠ ਬੋਲ ਰਹੇ ਨੇ, ਘੱਟੋ ਘੱਟ ਸਿੱਖ ਇਤਿਹਾਸ ਦੀ ਕਿਰਦਾਰਕੁਸ਼ੀ ਕਰ ਰਹੇ ਹੈਗੇ ਨੇ। ਉਹ ਵੀ ਮਤਲਬ ਜੇਕਰ ਕੋਈ ਬੋਲਿਆ ਇੰਡੀਵਿਜੂਅਲ ਤੌਰ ਤੇ ਮਾੜਾ ਮੋਟਾ ਵਿਦਵਾਨ ਬੋਲ ਕੇ ਲਿਖਿਆ, ਮੇਰੇ ਵਰਗਾ ਤਾਂ ਬੰਦਾ ਕੋਈ ਸਿੱਖ ਵਿਦਵਾਨ ਨਹੀਂ ਹੈਗਾ, ਮੈਂ ਤਾਂ ਇੱਕ ਜਸਟ ਪੱਤਰਕਾਰ ਹਾਂ ਇਕੱਲਾ, ਲੇਕਿਨ ਜਿਹੜੇ ਸਿੱਖ ਵਿਦਵਾਨ ਸੀ ਉਹਨਾਂ ਵਿੱਚੋਂ ਬਹੁਤ ਘੱਟ ਬੋਲੇ। ਮੈਂ ਇੱਕ ਅੱਧਾ ਹੀ ਦੇਖਿਆ ਸਿੱਖ ਵਿਦਵਾਨ ਬੋਲਦਾ ਉਸ ਵਿਸ਼ੇ ਉੱਤੇ, ਪਤਾ ਨਹੀਂ ਕਿਉਂ ਇਤੋਂ ਐਡਾ ਵੱਡਾ, ਮਤਲਬ ਇਹ ਤਾਂ ਇੱਕ ਤਰ੍ਹਾਂ ਦੀ ਸਿੱਖ ਗੁਰੂ ਸਾਹਿਬਾਨ ਦੀ ਹੀ, ਜਿਹਨੂੰ ਕਹਿੰਦੇ ਕਿ ਗੁਰਬਾਣੀ ਉਹਨਾਂ ਦੀ ਜਿਹੜੀ ਹੈਗੀ ਆ ਵਿਚਾਰਧਾਰਾ ਦੇ ਨਾਲ ਉਹ ਹੋ ਜਾਂਦਾ, ਤੇ ਉਹਦੇ ਤੇ ਵੀ ਨਹੀਂ ਬੋਲਿਆ। ਜਦੋਂ ਕੋਈ ਇਹ ਕਹਿ ਰਿਹਾ ਵੀ ਗੁਰੂ ਨਾਨਕ ਸਾਹਿਬ ਵੀ ਰਾਮ ਦੇ ਭਗਤ ਨੇ, ਕੋਈ ਇਹ ਕਹਿ ਰਿਹਾ ਵੀ ਗੁਰੂ ਗੋਬਿੰਦ ਸਿੰਘ ਵੀ ਉੱਥੇ ਆਏ ਸੀਗੇ ਦਰਸ਼ਨ ਕਰਨ, ਉਹਨਾਂ ਦਾ ਮਨ ਦੁਖੀ ਹੋਇਆ ਸੀ ਵੀ ਇਹ ਜਿਹੜਾ ਹੈਗਾ ਆਪਣਾ ਮਸਜਿਦ ਢਾਈ ਹੋਈ ਜਦੋਂ ਦੇਖ ਕੇ। ਤੇ ਪਹਿਲੀ ਗੱਲ ਤਾਂ ਮਸਜਿਦ ਢਾਈ ਹੀ ਨਹੀਂ, ਮੰਦਿਰ ਢਾਇਆ ਹੀ ਨਹੀਂ ਸੀਗਾ, ਮੰਦਿਰ ਹੈ ਹੀ ਨਹੀਂ ਸੀ ਜਦੋਂ ਕੋਈ। ਤੇ ਉਹਦੇ ਵਿੱਚ ਉਹ ਸਾਰੀ ਕਹਾਣੀ ਆਪਾਂ ਨੂੰ ਪਤਾ ਵੀ ਇਹਨਾਂ ਨੇ ਦਸਤਾਵੇਜ਼ਾਂ ਨਾਲ ਕਿਵੇਂ ਉਹ ਕੀਤਾ ਹੈਗਾ। ਉਹਦੇ ਵਿੱਚ ਸੁਪਰੀਮ ਕੋਰਟ ਖੁਦ ਸਟੇਟਮੈਂਟ ਦੇ ਰਿਹਾ ਵੀ ਸਾਨੂੰ ਨਹੀਂ ਲੱਗਦਾ ਹੈਗਾ ਵੀ ਇੱਥੇ ਕੋਈ ਮੰਦਿਰ ਢਾਇਆ ਗਿਆ ਸੀਗਾ, ਲੇਕਿਨ ਉਹ ਫਿਰ ਵੀ ਉਸੇ ਜਗ੍ਹਾ ਦੇ ਉੱਤੇ, ਜਿਹੜੀ ਜਗ੍ਹਾ ਤੇ ਮਸਜਿਦ ਬਣੀ ਹੋਈ ਸੀ, ਉਸੇ ਜਗ੍ਹਾ ਤੇ ਮੰਦਿਰ ਬਣਾਉਣ ਨੂੰ ਕਹਿੰਦਾ, ਕਿਉਂਕਿ ਸੁਪਰੀਮ ਕੋਰਟ ਦੀ ਆਪਣੀਆਂ ਸਟੇਟਮੈਂਟਾਂ ਵੀ ਸਭੇ ਵਿਰੋਧੀ ਸੀਗੀਆਂ ਜਿਹੜੀ 19 ਦੇ ਵਿੱਚ ਆਈ ਸੀਗੀ। ਪਰ ਇਸ ਮੁੱਦੇ ਤੇ ਸਿੱਖ ਭਾਈਚਾਰੇ ਜਿਹੜਾ ਮਤਲਬ ਇੱਕ ਪ੍ਰਤੀਕਰਮ ਹੋਣਾ ਚਾਹੀਦਾ ਸੀ ਉਹ ਨਹੀਂ ਆਇਆ ਹੈਗਾ, ਮਤਲਬ ਦਲੀਲ ਨੁਮਾ ਪ੍ਰਤੀਕਰਮ ਦੀ ਮੈਂ ਗੱਲ ਕਰ ਰਿਹਾ ਜੀ। ਬਿਲਕੁਲ, ਸਾਡੇ ਬੜੇ ਹੀ ਸੰਜੀਦਾ ਲਿਸਨਰਸ ਨੇ, ਉਹ ਆਪਣੇ ਮੇਰੀ ਇਸ ਗੱਲ ਦੇ ਉੱਤੇ ਪਲੀਜ਼ ਕਮੈਂਟ ਕਰਿਓ, ਗਲਤ ਹੋਵਾਂਗਾ ਤਾਂ ਮੈਨੂੰ ਦਰੁਸਤ ਜ਼ਰੂਰ ਕਰਿਓ ਕਿ ਮੈਂ ਇੱਕ ਗੱਲ ਕਹਿੰਦਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਕਦੇ ਨਹੀਂ ਦਿੱਤੀ ਜਾਂਦੀ। ਉੱਧਰ ਨਿਊਯਾਰਕ ਦੇ ਵਿੱਚ ਵੀ ਜਿਹੜਾ ਜੀ ਇੰਡੀਅਨ ਕੌਂਸੂਲੇਟ ਵੱਲੋਂ ਜਿਹੜਾ ਉੱਥੇ ਐਮਬੈਸੀ ਦੇ ਵਿੱਚ ਕੌਂਸੂਲੇਟ ਜਨਰਲ ਆਫ ਇੰਡੀਆ ਦੇ ਵਿੱਚ ਜਿਹੜਾ ਬਾਲ ਦਿਵਸ ਮਨਾਇਆ ਗਿਆ ਜੀ। ਇਨਵੀਟੇਸ਼ਨ ਭੇਜੀ ਗਈ ਹੈ, ਲਿਖਿਆ ਗਿਆ ਕਿ ਅਨਪੈਰਲਲ ਸੈਕਰੀਫਾਈਸ ਮੇਡ ਬਾਈ ਸਾਹਿਬਜ਼ਾਦਾਸ। ਦਿਸ ਪ੍ਰੋਗਰਾਮ ਇਜ਼ ਬੀਇੰਗ ਆਰਗੇਨਾਈਜ਼ਡ ਬਾਈ ਦ ਐਮਬੈਸੀ ਆਫ India in partnership with Indian Ministry of External Affairs and Indian Ministry of Culture under the umbrella of Azadi Ka Amrit Mahotsav। ਇਹਨੂੰ ਕੀ ਕਹੋਗੇ ਜੀ? ਉਹੀ ਚੀਜ਼ ਹੈ, ਇਹ ਨਾ ਅਸਲ 'ਚ ਇਹਨਾਂ ਨੂੰ ਆਪਣੀ ਉਹੀ ਭਾਰਤੀ ਰਾਸ਼ਟਰੀਅਤਾ ਨਾਲ ਜੋੜ ਕੇ ਇਹਨੂੰ ਪੇਸ਼ ਕਰ ਰਹੇ ਨੇ, ਤੇ ਰਾਸ਼ਟਰੀਅਤਾ ਵੀ ਉਹ ਜਿਹੜੀ ਇਹ ਪਰਿਭਾਸ਼ਿਤ ਕਰਦੇ ਹੈਗੇ ਨੇ ਹੈ। ਤੇ ਦੂਜੀ ਗੱਲ ਹੈ, ਇੱਕ ਚੀਜ਼ ਹੋਰ ਵੀ ਆਪਣਾ, ਜਿਵੇਂ ਮੈਂ ਜਿਹੜਾ ਮੇਨ ਪੁਆਇੰਟ ਬੱਪਾ ਤੋਂ ਛੁੱਟ ਨਾ ਜਾਵੇ, ਜਿਵੇਂ ਇਹਨਾਂ ਨੇ ਕਿਹਾ ਨਾ ਵੀਰ ਬਾਲ ਦਿਵਸ, ਇਹ ਵੀਰ ਬਾਲ ਦਿਵਸ ਜਿਹੜਾ ਦੇਖੋ, ਮੈਂ ਪਹਿਲਾਂ ਵੀ ਕਦੇ ਇਸੇ ਪ੍ਰੋਗਰਾਮ 'ਚ ਹੀ ਗੱਲ ਕੀਤੀ ਸੀਗੀ ਵੀ ਇਹ ਵੀਰ ਬਾਲ ਦਿਵਸ ਏਦਾਂ ਹੀ ਆ ਵੀ ਜਿਵੇਂ ਵੀਰ ਸਾਵਰਕਰ ਹੋ ਗਿਆ ਇਹਨਾਂ ਦਾ, ਵੀਰ ਫਲਾਨਾ ਹੋ ਗਿਆ, ਵੀਰ ਢਿੰਗੜਾ ਹੋ ਗਿਆ ਇਹਨਾਂ ਦਾ, ਉਸੇ ਤਰ੍ਹਾਂ ਹੀ ਇਹਨਾਂ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਵੀ ਆਪਣੇ ਭਗਵੇਂ ਏਜੰਡੇ ਦੇ ਵਿੱਚ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਇਹਦਾ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਵਿਰੋਧ ਕੀਤਾ, ਸ਼੍ਰੋਮਣੀ ਕਮੇਟੀ ਨੇ ਵੀ ਕੀਤਾ ਕੱਲ, ਵੀ ਅਸੀਂ ਇਸ ਤਰ੍ਹਾਂ ਵੀਰ ਬਾਲ ਦਿਵਸ ਜਿਹੜਾ ਮਨਾਉਣ ਦੇ ਇਹਨਾਂ ਦੇ ਉਲਟ ਹੈਗੇ ਆ। ਕਿਉਂਕਿ ਇੱਕ ਤਾਂ ਸ਼੍ਰੋਮਣੀ ਕਮੇਟੀ ਦਾ ਐਂਗਲ ਹੋਰ ਆ, ਕੁਝ ਸਿੱਖ ਵਿਦਵਾਨਾਂ ਦਾ ਹੋਰ ਆ ਵੀ ਇਹ ਕਿਉਂਕਿ ਜਿਹੜੀ ਕੁਰਬਾਨੀ ਆ ਉਹ ਖਾਲਸੇ ਦੀ ਆਪਣੀ ਲਾਸਾਨੀ ਸ਼ਹਾਦਤ ਦੀ ਹੈਗੀ ਆ, ਇਹਨੂੰ ਤੁਸੀਂ ਕਿਸੇ ਇਸ ਤਰ੍ਹਾਂ ਫਿੱਟ ਨਹੀਂ ਕਰ ਸਕਦੇ। ਮੇਰਾ ਸਿਰਫ ਇਹਦੇ ਵਿੱਚ ਇੰਨਾ ਕਿ ਮੈਂ ਵੀ ਲਗਭਗ ਇਹ ਕਹਿਣਾ ਹੈਗਾ ਵੀ ਤੁਸੀਂ ਇਹਨੂੰ ਨਾ ਰਾਸ਼ਟਰੀਅਤਾ ਦੇ ਗੇੜ 'ਚ ਇਸ ਲਈ ਨਹੀਂ ਕਰ ਸਕਦੇ ਕਿਉਂਕਿ ਉਦੋਂ ਰਾਸ਼ਟਰੀਅਤਾ ਦਾ ਕਨਸੈਪਟ ਨਹੀਂ ਕੋਈ ਆਇਆ ਸੀਗਾ, ਸਿੱਧੀ ਜੀ ਗੱਲ ਹੈਗੀ ਆ। ਜੇ ਤਾਂ ਆਇਆ ਹੁੰਦਾ ਫਿਰ ਵੀ ਅਸੀਂ ਮੰਨ ਲੈਂਦੇ, ਵਿਚਾਰ ਕਰ ਲੈਂਦੇ ਵੀ ਇਹ ਸੱਚੀ ਹੈਗੀ ਹੈ ਕਿ ਨਹੀਂ ਹੈਗੀ। ਦੂਜੀ ਇਹ ਹੈਗੀ ਹੈ ਕਿ ਇਹ ਜਿਹੜੀ ਕੁਰਬਾਨੀ ਸੀਗੀ, ਇਹ ਕੁਰਬਾਨੀ ਦਾ ਇੰਟਰਨੈਸ਼ਨਲ ਪ੍ਰਪੇਖ ਜ਼ਰੂਰ ਹੈਗਾ, ਉਹ ਹੈਗਾ ਮਨੁੱਖੀ ਅਧਿਕਾਰਾਂ ਦਾ ਪ੍ਰਪੇਖ ਵੀ ਜੇ ਅੱਜ ਦੇ ਸਮੇਂ 'ਚ ਤੁਸੀਂ ਦੇਖਣਾ ਹੀ ਆ। ਪਰ ਬੀਜੇਪੀ ਤਾਂ ਇਹਨੂੰ ਬਹੁਤ ਸੌੜੇ ਸਵਾਰਥ ਲਈ ਯੂਜ਼ ਕਰ ਰਹੀ ਹੈ। ਬੀਜੇਪੀ ਇਹਨੂੰ ਇੱਕ ਸਿੰਪਲ ਜਿਹਾ ਸੌੜਾ ਸਵਾਰਥ ਦਾ ਕੀ ਹੈ ਵੀ ਮੁਸਲਮਾਨ ਆਏ ਸੀਗੇ ਭਾਰਤ ਵਿੱਚ, ਉਹਨਾਂ ਨੇ ਬਹੁਤ ਜ਼ੁਲਮ ਕੀਤਾ, ਜਿਹੜੇ ਉਹਨਾਂ ਨੇ ਜ਼ੁਲਮ ਕੀਤੇ ਤੇ ਜ਼ੁਲਮ ਦੇ ਵਿਰੁੱਧ ਜਿਹੜੇ ਉਹਨਾਂ ਦੇ ਵਿਰੁੱਧ ਲੜੇ, ਉਹਨਾਂ ਵਿੱਚ ਜੀ ਆ ਦੇਖੋ ਗੁਰੂ ਸਾਹਿਬ ਦੇ ਬੱਚੇ ਵੀ ਸੀਗੇ। ਹਾਲਾਂਕਿ ਗੁਰੂ ਸਾਹਿਬ ਦੇ ਬੱਚੇ ਜ਼ੁਲਮ ਵਿਰੁੱਧ ਜ਼ਰੂਰ ਲੜੇ, ਗੁਰੂ ਸਾਹਿਬ ਦੇ ਬੱਚਿਆਂ ਦੀ ਲੜਾਈ ਜਿਹੜੀ ਹੈ ਤੇ ਗੁਰੂ ਸਾਹਿਬ ਦੀ ਲੜਾਈ ਹੈ ਮੁਗਲਾਂ ਵਿਰੁੱਧ ਵੀ ਸੀ, ਪਰ ਮਾਫ ਕਰਨਾ ਮੁਗਲਾਂ ਦੇ ਵਿਰੁੱਧ ਹੋਣ ਦਾ ਮਤਲਬ ਮੁਸਲਮਾਨ ਵਿਰੁੱਧ ਹੋਣਾ ਨਹੀਂ ਹੈਗਾ। ਉਹ ਤਾਂ ਧਾੜਵੀ ਸੀ ਨਾ ਜੀ, ਕਿਉਂਕਿ ਗੁਰੂ ਸਾਹਿਬ ਦੇ ਨਾਲ ਮੁਸਲਮਾਨ ਵੀ ਸੀਗੇ ਖੜੇ,
ਬਿਲਕੁਲ ਬਿਲਕੁਲ ਇਹਨੂੰ ਤੁਸੀਂ ਇਹ ਸਾਂਝ ਜਿਹੜੀ ਭਾਈ ਮਰਦਾਨੇ ਤੋਂ ਚੱਲੀ ਆ ਰਹੀ ਹੈਗੀ ਆ, ਠੀਕ ਹੈ। ਤੇ ਇਸ ਕਰਕੇ ਇਹਨਾਂ ਨੇ ਸੌੜਾ ਕੀਤਾ, ਕਿਉਂਕਿ ਜਿਹੜੀਆਂ ਵੀ ਨਾ ਕੋਈ ਫਾਸਿਸਟ ਫੋਰਸਿਸ ਹੁੰਦੀਆਂ ਨੇ, ਕੱਟੜਵਾਦੀ ਫੋਰਸਿਸ, ਉਹ ਸਭ ਤੋਂ ਪਹਿਲਾਂ ਲੋਕਾਂ ਦੀ ਧਾਰਮਿਕ ਸਾਂਝ ਤੋੜਦੀਆਂ ਨੇ, ਲੋਕਾਂ ਨੂੰ ਲੜਾਉਣਾ ਸਿਖਾਉਂਦੀਆਂ ਨੇ। ਇਸ ਕਰਕੇ ਗੁਰੂ ਸਾਹਿਬ ਦੀ ਜਿਹੜੀ ਬੱਚਿਆਂ ਦੀ ਤੇ ਗੁਰੂ ਸਾਹਿਬ ਦੀ ਕੁਰਬਾਨੀ, ਉਹਨਾਂ ਦੇ ਸਾਰੇ 10 ਗੁਰੂਆਂ ਦੀ ਕੁਰਬਾਨੀ, ਉਹ ਮਤਲਬ ਲੜਾਉਣ ਲਈ ਨਹੀਂ ਸੀ, ਉਹ ਜੋੜਨ ਲਈ ਕੁਰਬਾਨੀ ਸੀ। ਤੇ ਇਹ ਜਿਹੜਾ ਪਰਿਭਾਸ਼ਿਤ ਕਰ ਰਹੇ ਆ, ਲੜਾਉਣ ਲਈ ਕਰ ਰਹੇ ਨੇ ਜੀ। ਬੱਬੂ ਚੀਮਾ ਜੀ ਨਿਊਯਾਰਕ ਤੋਂ। ਹਾਂਜੀ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੇ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ। ਮੈਂ ਕਿਹਾ ਦੂਜੇ ਪਾਸੇ ਨਜ਼ਾਰਾ ਵੀ ਹੋ ਰਿਹਾ ਇਸੇ ਸੰਬੰਧ ਦੇ ਵਿੱਚ ਵੀ, ਜਿਹੜਾ ਵੀ ਬਾਲਵੀਰ ਆਪਣੇ ਦੇਸ਼ ਤੁਸੀਂ ਵੀ ਮਨਾ ਰਹੇ ਇੰਡੀਆ ਗਵਰਨਮੈਂਟ ਵੱਲੋਂ ਜੀ, ਤੇ ਇੰਡੀਅਨ ਕਾਉਂਸਲ ਦੇ ਮੋਹਰੇ ਆਪਣੇ ਨਿਊਯਾਰਕ ਦੇ ਮੁਜ਼ਾਹਰਾ ਵੀ ਇਹਦੇ ਖਿਲਾਫ ਹੋ ਰਿਹਾ ਵੀ ਇਹ ਗਲਤ ਕੰਮ ਕਰ ਰਹੇ, ਤੁਸੀਂ ਗਲਤ ਪਾਸੇ ਨੂੰ ਜਾ ਰਹੇ ਆ। ਇਹਨਾਂ ਨੂੰ ਆਪਾਂ ਸਾਹਿਬਜ਼ਾਦਿਆਂ ਨੂੰ ਜਾਂ ਮਤਲਬ ਬਾਬਾ ਜੀ ਕਰਕੇ ਸੰਬੋਧਨ ਕਰ ਸਕਦੇ ਸੀਗੇ। ਇਹਦਾ ਅੱਜ ਮਤਲਬ ਰੋਸ ਵਜੋਂ ਵੀ ਹੋ ਰਿਹਾ ਵੀ ਇਹਨਾਂ ਨੇ ਜਿਹੜੇ ਤਰੀਕੇ ਨਾਲ ਆਪਣੇ ਮਨਾ ਰਹੇ ਆ ਨਾ ਵੀ ਬਾਲ ਦਿਵਸ ਕਰਕੇ, ਤੇ ਇਹਦੇ ਅਗੇਂਸਟ ਮੁਜ਼ਾਹਰਾ ਵੀ ਅੱਜ ਹੋ ਰਿਹਾ। ਮੈਂ ਤੁਹਾਨੂੰ ਇਹੀ ਦੱਸਣਾ ਸੀ, ਮੈਂ ਕਿਹਾ ਤੁਹਾਨੂੰ ਮੈਂ ਇਨਫੋਰਮੇਸ਼ਨ ਦੇਵਾਂ, ਅੱਜ ਮੁਜ਼ਾਹਰਾ ਵੀ ਹੋ ਰਿਹਾ ਆਪਣੇ ਨਿਊਯਾਰਕ ਕਾਉਂਸਲ ਦੇ ਵਿੱਚ। ਜੀ ਧੰਨਵਾਦ। ਨਿਊਯਾਰਕ ਹੋ ਰਿਹਾ ਜੀ। ਹਾਂਜੀ ਜੀ। ਸੋ ਇਹੀ ਚੀਜ਼ ਹੈ ਨਾ ਜੀ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਹਜਮ ਕਰਨ ਦਾ ਤਰੀਕਾ, ਕਿਸੇ ਵੀ ਚੀਜ਼ ਨੂੰ ਹਜਮ ਕਰਨਾ ਤਾਂ ਹੌਲੀ ਹੌਲੀ ਜਿਹੜਾ ਨਾ ਉਹਦੇ ਕੀ ਕਹਿੰਦੇ ਆਪਣੇ ਕਮਲਜੀਤ ਸਿੰਘ ਸੰਧੂ ਜੀ, ਤੁਸੀਂ 92-164-10-666 ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ, ਕਿਉਂਕਿ ਮੇਰਾ ਇਹ ਨੰਬਰ ਜਿਹੜਾ ਨਿੱਜੀ ਦੇ ਉੱਤੇ ਤੁਸੀਂ ਕਾਲ ਕੀਤੀ ਹੈ, ਇਹ ਇਸ ਵਕਤ ਮੇਰਾ ਕਾਲ ਨਹੀਂ ਲੈ ਸਕਦਾ। 98-149-10-666 ਇਹ ਵਰਕ ਨਹੀਂ ਕਰ ਰਿਹਾ। ਸੋ ਮੇਰੀ ਬੇਨਤੀ ਹੈ ਕਿ ਤੁਸੀਂ 92-164-10-666 ਦੇ ਉੱਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਬੁੱਕ ਕੀਪਿੰਗ, ਪਰਸਨਲ ਟੈਕਸਿਸ ਜਾਂ ਪੇਰੋਲ ਟੈਕਸਿਸ ਦੇ ਲਈ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 253-520-8886 253-888-520-886 ਤੇ ਕਾਲ ਕਰ ਸਕਦੇ ਹੋ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਤੋਂ ਫੂਡ ਆਰਡਰ ਕਰੋ ਜਾਂ ਡਾਈਨ ਇਨ ਕਰੋ ਜਾਂ ਕੇਟਰਿੰਗ ਕਰਵਾਓ। ਫੋਨ ਨੰਬਰ ਹੈ ਜੀ 2063531699। ਲੋਕੇਸ਼ਨ ਹੈ 104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਪੈਸ਼ਲਾਈਜ਼ਡ ਨੇ ਜੀ। ਇਹ ਹਰ ਤਰ੍ਹਾਂ ਦੇ ਰੀਫਰ ਦੀ ਰਿਪੇਅਰ ਦੇ ਲਈ 8043728800 ਤੇ ਕਾਲ ਕਰੋ। ਲੋਕੇਸ਼ਨ ਹੈ 10224 ਰੈਜ਼ੀਡੈਂਸੀ ਰੋਡ, ਮਨਾਸਸ ਹਾਈਵੇ 66 ਐਗਜ਼ਿਟ 43 ਤੇ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ, ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਤਮਾਮ ਕੰਮਾਂ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 3179797205 ਜਾਂ ਫਿਰ 6612045818 ਦੇ ਉੱਤੇ। ਲੋਕੇਸ਼ਨ ਹੈ 1315 ਵੈਸਟਰਨ ਐਵੀਨਿਊ ਇੰਡੀਅਨ ਐਪਲਿਸ ਦੇ ਵਿੱਚ। ਤੇ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਪੰਜਾਬੀ ਦੇ ਵਿੱਚ ਡਿਸਪੈਚ ਕਰਦੇ ਨੇ 206-354-4060 ਜਾਂ 2532666924 ਦੇ ਉੱਤੇ ਕਾਲ ਕਰਕੇ ਰੇਡੀਓ ਪੰਜਾਬ ਟੂਡੇ ਦਾ ਹਵਾਲਾ ਜ਼ਰੂਰ ਦੇ ਦੇਣਾ। ਤੇ ਹੁਣ ਗੱਲ ਕਰਦੇ ਹਾਂ ਜੀ ਸਰਕਾਰ। ਇੱਕ ਮਿੰਟ ਸੰਧੂ ਸਾਹਿਬ ਦੀ ਕਾਲ ਲੈ ਲਈਏ ਜੀ, ਫਿਰ ਅੱਗੇ ਚੱਲਦੇ ਹਾਂ ਜੀ। ਸੰਧੂ ਸਾਹਿਬ ਹੈਲੋ। ਹਾਂਜੀ ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਜਿਹੜਾ ਨਾ ਜੀ ਇਹਨਾਂ ਨੇ ਮੋਦੀ ਹੋਣਾ ਨੇ ਜਿਹੜਾ ਕੀਤਾ ਹੈ, ਦੇਖੋ ਇਹ ਚ ਸਿੱਧੀ ਗੱਲ ਹੀ ਹੈ। ਇਹਨਾਂ ਨੇ ਤਾਂ ਇੱਕ ਤਰ੍ਹਾਂ ਇੱਕ ਇਮੇਜ ਹਿੰਦੂਤਵ ਦਾ ਜਿਹੜਾ ਆਪਦਾ ਏਜੰਡਾ ਲਾਗੂ ਕਰਨ ਵਾਸਤੇ ਮੁਸਲਮਾਨਾਂ ਨੂੰ ਇੱਕ ਵਿਲਨ ਦੇ ਰੂਪ ਵਿੱਚ ਵਿਖਾਉਣ ਵਾਸਤੇ ਜੋ ਹੈ ਕਿ ਸਿੱਖ ਕੌਮ ਨੂੰ, ਕਿਉਂਕਿ ਵੀ ਇਹ ਸਾਹਿਬਜ਼ਾਦਿਆਂ ਤੇ ਜਿਹੜੇ ਜ਼ੁਲਮ ਹੈ ਮੁਸਲਮਾਨਾਂ ਨੇ ਕੀਤੇ ਸੀ। ਹਾਲਾਂਕਿ ਇਹ ਜਿਹੜੀ ਸੀ ਲੜਾਈ ਜਾਂ ਜੋ ਵੀ ਕੁਰਬਾਨੀ ਆ ਇਨਸਾਨੀਅਤ ਦੀ ਸੀ। ਜੀ। ਇਹਨਾਂ ਨੇ ਬਹੁਤ ਹੀ ਇਹ ਗਲਤ ਕੀਤਾ, ਜ਼ਹਿਰ ਭਰਨ ਵਾਸਤੇ ਇੱਕ ਤਰ੍ਹਾਂ ਨਾਲ ਵੀ ਸਿੱਖ ਕੌਮ ਨੂੰ ਮੂਹਰੇ ਕਰਕੇ ਮੁਸਲਮਾਨਾਂ ਦੇ ਉਲਟ ਆਪਦਾ ਜਿਹੜਾ ਏਜੰਡਾ ਵਿਖਾਉਣ ਵਾਸਤੇ ਹੈ। ਸੋ ਇਹਦੀ ਜਿੰਨੀ ਵੀ ਨਿੰਦਿਆ ਕਰਨੀ ਚਾਹੀਦੀ ਹੈ ਕੀਤੀ ਜਾਵੇ ਥੋੜੀ ਆ। ਔਰ ਜਿਹੜੀ ਇਹ ਸ਼ਰਧਾਂਜਲੀਆਂ ਦੇਈ ਜਾਂਦੇ, ਸ਼ਰਧਾਂਜਲੀ ਤਾਂ ਹੁੰਦੀ ਜਿਹੜਾ ਸੱਜਰਾ ਕੋਈ ਡੈਥ ਹੋਈ ਹੈ ਜਾਂ ਕੋਈ ਇਸ ਤਰ੍ਹਾਂ ਹੋਇਆ ਹੋਵੇ, ਔਰ ਐਡੀ ਵੱਡੀ ਕੁਰਬਾਨੀ ਆ, ਉਹਦਾ ਤੁਸੀਂ ਸ਼ਰਧਾਂਜਲੀ ਦਾ ਕੀ ਤੁਸੀਂ ਉਹਦਾ ਦੇਣ ਦੇ ਸਕਦੇ ਹੋ? ਔਰ ਕਿਸ ਤੁਹਾਡੇ ਲਫ਼ਜ਼ ਨਾਲ ਤੁਸੀਂ ਇਹਨਾਂ ਨੂੰ ਸ਼ਰਧਾਂਜਲੀ ਵਾਲੀ ਗੱਲ ਕਰ ਰਹੇ ਹੋ? ਨਾਂ ਵੀ ਗਲਤ ਹੈ ਜਿਹੜਾ ਵੀਰ ਬਾਲ ਦਿਵਸ ਵਾਲਾ ਹੈ। ਜਦੋਂ ਸਾਹਿਬਜ਼ਾਦਾ ਦਾ ਨਾਮ ਵਰਤਣਾ ਜਾਂ ਉਹਨਾਂ ਨੂੰ ਤੁਸੀਂ ਅਕੀਦੇ ਕਿਆਦਤ ਕਹਿੰਦੇ ਸ਼ਾਇਦ ਉਹਨੂੰ, ਉਹਨਾਂ ਨੂੰ ਇਕਾਦਤ ਜਾਂ ਆਪਾਂ ਭੇਂਟ ਕੀਤੀ ਜੀ। ਹਾਂਜੀ ਜੇ ਇਹ ਚੀਜ਼ ਦੇਣੀ ਹੈ ਤਾਂ ਉਹ ਸਿੱਧਾ ਉਹਨਾਂ ਨਾਲ ਜਾਓ, ਪਰ ਇਹਨੂੰ ਨਾ ਪੋਲੀਟੀਕਲੀ ਵਰਤਣ ਨੂੰ, ਇੱਕ ਆਪਦੇ ਏਜੰਡੇ ਨੂੰ ਲਾਗੂ ਕਰਨ ਵਾਸਤੇ, ਸਿੱਖਾਂ ਦਾ ਵੈਨ ਓਵਰ ਕਰਨ ਵਾਸਤੇ ਇੱਕ ਤਰ੍ਹਾਂ ਨਾਲ ਹੈ। ਪਰ ਇਹਨਾਂ ਨੂੰ ਇਹ ਗੱਲ ਉਲਟੀ ਪਊਗੀ ਜੋ ਮੇਰੇ ਖਿਆਲ। ਜੀ ਧੰਨਵਾਦ ਜੀ। ਬਿਲਕੁਲ ਸਹੀ ਵਿਚਾਰ ਦਿੱਤੇ ਜੀ। ਤੇ ਹੁਣ ਗੱਲ ਕਰੀਏ, ਆਪਾਂ ਧਰਮ ਦੀ ਗੱਲ ਕਰਦੇ ਸੀ, ਇੱਕ ਪਾਸੇ ਤਾਂ ਇਹ ਹੋ ਰਿਹਾ, ਦੂਜੇ ਪਾਸੇ ਕ੍ਰਿਸਮਸ ਜਿਹੜਾ ਬੜਾ
ਮੁਕੱਦਸ ਦਿਨ ਹੈ ਕ੍ਰਿਸਚਨ ਲਈ, ਉਸ ਦਿਨ ਯੂਪੀ ਦੇ ਵਿੱਚ ਪਾਦਰੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੀ। ਮੈਂ ਇੱਕ ਇਹਦੇ ਵਿੱਚ ਹੋਰ ਵੀ ਐਡ ਕਰਨਾ ਚਾਹੁੰਦਾ ਸੀ, ਕਿਉਂਕਿ ਇੱਕ ਤਾਂ ਹੁਣੀ ਇੱਕ ਦੀ ਉਦਾਹਰਣ ਨਹੀਂ ਹੈ, ਜੇ ਤੁਹਾਨੂੰ ਯਾਦ ਹੈ ਕਿ ਆਪਣਾ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਆਪਾਂ ਯਾਦ ਕਰ ਰਹੇ ਹਾਂ ਨਾ, ਬਹੁਤ ਸਾਰੇ ਲੋਕ ਅੱਲਾ ਯੋਗੀ ਯਾਰ ਖਾਂ ਨੂੰ ਸ਼ਾਇਦ ਨਾ ਸੁਣਿਆ ਹੋਵੇ, ਅੱਲਾ ਯੋਗੀ ਯਾਰ ਖਾਂ, ਅੱਲਾ ਜਾਂ ਅੱਲਾ ਯਾਰ ਖਾਂ ਵੀ ਉਹਨੂੰ ਕਹਿੰਦੇ ਨੇ। ਇਹ ਯੋਗੀ, ਇਹਦਾ ਨਾਮ ਅੱਲਾ ਯਾਰ ਖਾਂ ਯੋਗੀ ਸੀਗਾ, ਇਹਦੇ ਨਾਂ ਤੇ ਕੁਛ ਕੁ ਤਾਂ ਆਪਣੇ ਸਰਹੰਦ ਦੀ ਇੱਕ ਸਾਹਿਤ ਸਭਾ ਨੇ ਅਵਾਰਡ ਵੀ ਰੱਖਿਆ ਹੋਇਆ ਸੀਗਾ। ਇਸ ਜਿਹੜਾ ਇਤਿਹਾਸਕਾਰ ਮੰਨਿਆ ਜਾਂਦਾ, ਇਹਨੇ ਸਿੱਖ ਇਤਿਹਾਸ ਨੂੰ ਅਮਰ ਕੀਤਾ ਆਪਣੀ ਪੋਇਟਰੀ ਦੇ ਵਿੱਚ ਲਿਖ ਕੇ। ਤੁਸੀਂ ਦੇਖੋ ਕਿ ਐਨ ਪੂਰਾ ਦਰਦਨਾਕ ਜਿਹੜਾ ਵਰਣਨ ਇਹਨੇ ਆਪਣੀ ਪੋਇਟਰੀ ਦੇ ਵਿੱਚ ਕੀਤਾ ਹੋਇਆ, ਪੰਜਾਬੀ ਦੇ ਵਿੱਚ ਹੈ ਇਹਦੀ ਪੋਇਟਰੀ। ਤੇ ਇਹਨਾਂ ਦਾ ਜਿਹੜਾ ਹੈਗਾ ਹੁਣੀ, ਕਿਉਂਕਿ ਇਹ ਤਾਂ ਹਾਲੇ ਕੋਈ ਬਹੁਤੇ ਪੁਰਾਣੇ ਵੀ ਨਹੀਂ ਸੀਗੇ, ਹੁਣ ਤੱਕ ਜਿਹੜਾ ਇਹਨਾਂ ਦਾ ਜਿਹੜਾ ਜਨਮ 19ਵੀਂ ਸਦੀ ਦੇ ਅੱਧ ਵਿੱਚ ਮੰਨਿਆ ਜਾਂਦਾ ਹੈਗਾ, ਤੇ 20ਵੀਂ ਸਦੀ ਦੇ ਅੱਧ ਤੱਕ ਇਹਨਾਂ ਨੇ ਉਮਰ ਭੋਗੀ ਹੈਗੀ ਹੈ। ਸੋ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਵਿੱਚ ਬਾਰੇ ਉਰਦੂ ਦੇ ਵਿੱਚ 2 ਮਰਸੀਏ ਵੀ ਲਿਖੇ ਹੈਗੇ ਨੇ, ਜਿਹੜੇ ਕਿ ਆਪਣੇ ਜਿਹੜੇ ਪਿਆਰਿਆਂ ਦੀ ਮੌਤ ਉੱਤੇ ਬੋਲੀ ਜਾਣ ਵਾਲੀ ਕਵਿਤਾ ਹੁੰਦੀ ਹੈ ਮਰਸੀਆ, ਤੇ ਉਹਦਾ ਨਾਂ ਉਹਨੂੰ ਜਿਹੜਾ ਉਹ ਪੰਜਾਬੀ ਦੇ ਵਿੱਚ ਵੀ ਫਿਰ ਅਨੁਵਾਦ ਹੋਏ ਨੇ। ਕਹਿਣ ਦਾ ਮਤਲਬ ਕੀ ਹੈ ਕਿ ਆ ਜਿਹੜਾ ਜੇਕਰ ਗੁਰੂ ਸਾਹਿਬ ਦੀ ਨਾ ਜਿਹੜੀ ਲੜਾਈ ਨੂੰ ਜਿਵੇਂ ਸੀਮਤ ਕਰ ਰਹੇ ਹੈਗੇ ਨੇ, ਉਹਨਾਂ ਦੀ ਕੁਰਬਾਨੀ ਨੂੰ ਤੇ ਉਹਨਾਂ ਦੇ ਬੱਚਿਆਂ ਦੀ ਕੁਰਬਾਨੀ ਨੂੰ ਸੀਮਤ ਕਰ ਰਹੇ ਨੇ, ਫਿਰ ਕੋਈ ਯੋਗੀ ਯਾਰ ਖਾਂ ਅੱਲਾ ਵਰਗਾ ਮਰਸੀਆ ਨਾ ਲਿਖਦਾ ਉਹਨਾਂ ਦੇ ਉੱਤੇ, ਉਹਨਾਂ ਉੱਤੇ ਮਰਸੀਏ ਲਿਖੇ ਗਏ ਨੇ। ਇੱਕ ਇਤਿਹਾਸਕ ਤੱਥ ਹੈ, ਕਿਉਂਕਿ ਮੈਨੂੰ ਸੀਗਾ ਵੀ ਇਹ ਇਤਿਹਾਸਕ ਚੀਜ਼ ਨਿਕਲ ਨਾ ਜਾਵੇ, ਤੇ ਤੁਸੀਂ ਮੇਰੇ ਸਰਹੰਦ ਦੀ ਜਿਹੜੀ ਆਪਣੀ ਸਾਹਿਤ ਸਭਾ ਉਹਦੇ ਤੋਂ ਪੁੱਛਿਆ ਜਾ ਸਕਦਾ ਵੀ ਇਹ ਹੁਣ ਪੰਜਾਬੀ 'ਚ ਹੈਗੇ। ਹਰਚੰਦ ਸਿੰਘ ਸਰਹੰਦੀ ਹੁੰਦੇ ਸੀ ਪਹਿਲਾਂ, ਆਪਣੇ ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰ ਨੇ। ਅੱਜ ਕੱਲ੍ਹ ਮੇਰੇ ਖਿਆਲ ਜਿੰਦਾ ਤਾਂ ਹੈਗੇ ਨੇ, ਸ਼ਾਇਦ ਉਹ ਐਕਟਿਵ ਨਹੀਂ ਹੈਗੇ ਮੇਰੇ ਖਿਆਲ ਉਹ, ਤੇ ਉਹਨਾਂ ਤੋਂ ਆਪਣੇ ਸਰੋਤੇ ਪੁੱਛ ਸਕਦੇ ਆ ਜੇ ਕੋਈ ਨੰਬਰ ਉਹਨਾਂ ਦੇ ਕੋਲ ਹੋਵੇ, ਕਿ ਅੱਲਾ ਯੋਗੀ ਯਾਰ ਖਾਂ ਦਾ ਉਹਨਾਂ ਨੇ ਲਿਟਰੇਚਰ ਛਾਪਿਆ ਸੀਗਾ ਪੰਜਾਬੀ ਦੇ ਵਿੱਚ, ਉਹਨਾਂ ਦੀ ਸਾਹਿਤ ਸਭਾ ਦੇ ਵੱਲੋਂ ਵੀ ਛਾਪਿਆ ਗਿਆ ਸੀਗਾ, ਬਲਕਿ ਉਹਨਾਂ ਨੇ ਇੱਕ ਅਵਾਰਡ ਵੀ ਦਿੰਦੇ ਹੁੰਦੇ ਸੀਗੇ। ਸੋ ਉਹਨਾਂ ਤੋਂ ਪਤਾ ਕੀਤਾ ਜਾ ਸਕਦਾ ਵੀ ਅੱਲਾ ਯੋਗੀ ਯਾਰ ਖਾਂ ਦੀ ਕੋਈ ਰਚਨਾ ਸਾਨੂੰ ਜਿਹੜਾ ਇਸ ਸਮੇਂ ਮਿਲ ਜੂਗੀ ਪੰਜਾਬੀ ਦੇ ਵਿੱਚ ਜੀ। ਤੇ ਆਪਾਂ ਕ੍ਰਿਸਮਸ ਵਾਲੀ ਦਿਨ ਜਿਹੜਾ ਯੂਪੀ 'ਚ ਹੋਇਆ ਉਹਦੇ ਬਾਰੇ। ਹਾਂਜੀ, ਕ੍ਰਿਸਮਸ ਵਾਲਾ ਇਹਦੇ ਨਾਲ ਯੂਪੀ 'ਚ ਹੋਇਆ ਕਿ ਇੱਕ ਪਾਦਰੀ ਸੀਗਾ, ਪਾਦਰੀ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿ ਭਾਈ ਤੂੰ ਧਰਮ ਪਰਿਵਰਤਨ ਕਰਾ ਰਿਹਾ। ਹੁਣ ਦੇਖਣ ਵਾਲੀ ਗੱਲ ਹੈ ਕਿ ਮੁਕੱਦਸ ਦਿਨ ਤੇ ਕੀਤਾ ਗਿਆ, ਜਿਹੜਾ ਕਿ ਕ੍ਰਿਸਚਨ ਭਾਈਚਾਰੇ ਦਾ ਮੁਕੱਦਸ ਦਿਨ ਹੈ, ਬਲਕਿ ਕ੍ਰਿਸਚਨ ਭਾਈਚਾਰੇ ਤੋਂ ਬਿਨਾਂ ਅੱਜ ਕੱਲ੍ਹ ਵੀ ਇੱਕ ਤਰ੍ਹਾਂ ਨਾਲ ਫੈਸ਼ਨ ਵਜੋਂ ਜਾਂ ਕਹਿ ਲਓ ਕਿ ਪ੍ਰਭਾਵ ਵਜੋਂ ਹੋਰ ਭਾਈਚਾਰੇ ਵੀ ਮਨਾਉਣ ਲੱਗ ਗਏ ਨੇ। ਉਹਦਾ ਕਾਰਨ ਇਹ ਹੈਗਾ ਕਿ ਉਹਦਾ ਬੱਚਿਆਂ ਨਾਲ ਜੋੜ ਕੇ, ਕਿਉਂਕਿ ਬੱਚਿਆਂ ਨੂੰ ਉਸ ਦਿਨ ਥੋੜਾ ਜਿਹਾ ਇੰਜੋਏ ਕਰਨ ਦਾ ਦਿਨ ਹੁੰਦਾ ਹੈਗਾ। ਪਰ ਸਵਾਲ ਤਾਂ ਇਹ ਹੈ ਨਾ ਵੀ ਜਿਹੜਾ ਜਦੋਂ ਤੁਸੀਂ ਇੱਕ ਬੰਦੇ ਨੂੰ ਪਵਿੱਤਰ ਤਿਉਹਾਰ ਤੇ ਫੜਦੇ ਹੋ, ਤਾਂ ਵੀ ਯੂਪੀ ਦੇ ਵਿੱਚੋਂ ਖਬਰ ਆਉਂਦੀ ਹੈਗੀ ਆ ਵੀ ਇਹ ਬੰਦਾ ਜੀ ਧੱਕੇ ਨਾਲ ਧਰਮ ਪਰਿਵਰਤਨ ਕਰ ਰਿਹਾ। ਅਜੇ ਤੱਕ ਉਹਦੇ ਵੇਰਵੇ ਸਾਹਮਣੇ ਨਹੀਂ ਆਏ ਹੈਗੇ ਵੀ ਇਹ ਬੰਦਾ ਸੱਚੀ ਮੁੱਚੀ ਧੱਕੇ ਨਾਲ ਕਰ ਰਿਹਾ ਕਿ ਨਹੀਂ ਕਰ ਰਿਹਾ। ਉਹ ਸਿਰਫ ਜਿਹੜੀਆਂ ਪੁਲਿਸ ਕਹਾਣੀਆਂ ਸੁਣਾ ਰਹੀ ਹੈ, ਉਹਦੇ ਵਿੱਚ ਕੋਈ ਦਮ ਨਹੀਂ ਹੈਗਾ। ਹੁਣ ਇਹਦਾ ਮਤਲਬ ਤਾਂ ਇਹੀ ਹੈ ਵੀ ਤੁਸੀਂ ਖਾਸ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਹੈਗੇ ਹੋ, ਤੇ ਉਹ ਵੀ ਉਹਨਾਂ ਦੇ ਪਵਿੱਤਰ ਤਿਉਹਾਰ ਦੇ ਉੱਤੇ ਕਰ ਰਹੇ। ਇਹਨੂੰ ਥੋੜਾ ਜਿਹਾ ਐਂ ਦੇਖ ਲਿਆ ਜਾਵੇ, ਜੇ ਕਿਸੇ ਨੇ ਹੋਰ ਢੰਗ ਨਾਲ ਸੋਚਣਾ ਵੀ ਜਿਹੜੇ ਵੀ ਤੁਸੀਂ ਧਰਮ ਦੇ ਹੈਗੇ ਹੋ, ਜੇ ਤੁਸੀਂ ਉਸ ਧਰਮ ਦਾ ਕੋਈ ਪਵਿੱਤਰ ਤਿਉਹਾਰ ਮਨਾ ਰਹੇ ਹੋ, ਤੁਹਾਨੂੰ ਉਸ ਧਰਮ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਹੀ ਗ੍ਰਿਫਤਾਰ ਕੀਤਾ ਜਾਵੇ। ਉਹ ਵੀ ਝੂਠਾ ਇਲਜ਼ਾਮ ਲਾ ਕੇ। ਝੂਠਾ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਅਜੇ ਤੱਕ ਕੁਝ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਜਿਹੜੇ ਦਲੀਲਾਂ ਨੇ ਕਹਿ ਰਹੇ ਨੇ ਵੀ ਫਲਾਣੇ ਨੂੰ ਕਰ ਰਿਹਾ, ਫਲਾਣੇ ਨੂੰ ਕਰ ਰਿਹਾ, ਉਹ ਹਰੇ ਠੋਸ ਨਹੀਂ ਹੈਗੀਆਂ। ਸੋ ਇਸ ਕਰਕੇ ਇਹ ਕੁਝ ਹੋ ਰਿਹਾ। ਇੱਥੋਂ ਜਿਹੜੀਆਂ 2 ਭਾਰਤ ਦੇ ਵਿਚਲੀਆਂ ਵੱਡੀਆਂ ਘੱਟ ਗਿਣਤੀਆਂ ਨੇ, ਇੱਕ ਮੁਸਲਿਮ ਤੇ ਕ੍ਰਿਸਚਨ, ਉਹਨਾਂ ਬਾਰੇ ਇਹਨਾਂ ਦੀ ਜਿਹੜੀ ਨੀਤ ਹੈ ਉਹ ਸਾਹਮਣੇ ਆਉਂਦੀ ਹੈ, ਖਾਸ ਕਰ ਯੋਗੀ ਰਾਜ ਦੇ ਵਿੱਚ ਜੀ। ਪਰ ਸਾਡੀ ਸਰਕਾਰ ਕੋਲੇ ਜਿਹੜਾ ਕੰਸਰਨਡ, ਜਿਹਨੂੰ ਮੁਤੱਲਕਾ ਮਹਿਕਮਾ ਕਹਿ ਦਿੰਦੇ ਆ, 71 ਦੀ ਜੰਗ ਦਾ ਰਿਕਾਰਡ ਨਹੀਂ ਹੈ। ਕਿੰਨੇ ਸ਼ਹੀਦ ਹੋ ਗਏ, ਕਿੰਨੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਅਜੇ ਵੀ ਸੜ ਰਹੇ ਨੇ। ਕੀ ਹੈ ਜੀ ਤੁਹਾਡੇ ਕੋਲੇ ਇਹਨੂੰ ਆਪਾਂ ਪੰਜਾਬੀ 'ਚ ਤਾਂ ਪਤਾ ਨਹੀਂ ਇਹਨੂੰ ਆਪਾਂ ਕੀ ਸੌਖਾ ਨਾਂ ਦੇਵਾਂਗੇ। ਹਿੰਦੀ ਦੇ ਵਿੱਚ ਇਹਨੂੰ ਰਾਸ਼ਟਰੀ ਅਭਿਲੇਖਾਗਾਰ ਕਹਿੰਦੇ ਨੇ, ਇੰਗਲਿਸ਼ ਵਿੱਚ ਰਿਕਾਰਡ ਜਿਹਨੂੰ ਆਪਾਂ ਕਹਿੰਦੇ। ਆਪਾਂ ਮੁਤੱਲਕਾ ਵੀ ਉਰਦੂ ਆਪਣੇ ਬੇਸਿਕਲੀ ਸਾਡੇ ਰੈਵਨਿਊ ਜਿਹੜਾ ਵਰਡਿੰਗ ਆ ਉਹਦੇ ਵਿੱਚ ਮੁਤੱਲਕਾ ਹੀ ਕਿਹਾ ਜਾਂਦਾ। ਨਹੀਂ, ਮੁਤੱਲਕਾ ਤਾਂ ਐਕਚੁਅਲੀ ਮੈਂ ਤੁਹਾਨੂੰ ਤਾਂ ਭੇਜਿਆ ਸੀ ਆਪਦੇ ਕੋਲੋਂ ਉਹ ਕਰਨ ਲਈ। ਮੁਤੱਲਕਾ ਦਾ ਹੁੰਦਾ ਵੀ ਜਿਹੜਾ ਸੰਬੰਧਿਤ ਮਹਿਕਮਾ ਹੋ ਗਿਆ। ਹਾਂ, ਮੁਤੱਲਕੇ ਦਾ ਮਤਲਬ ਸੰਬੰਧਿਤ। ਮੈਂ ਮੁਤੱਲਕਾ ਤਾਂ ਲਿਖ ਦਿੱਤਾ ਸੀਗਾ ਕਿਉਂਕਿ ਮੈਨੂੰ ਨਾ ਇੰਨਾ ਵੱਡਾ ਸ਼ਬਦ ਦਾ ਪੰਜਾਬੀ ਅਨੁਵਾਦ ਹੋ ਨਹੀਂ ਰਿਹਾ ਸੀ ਠੀਕ ਨਾਲ। ਮੈਨੂੰ ਸੀ ਜਾਂ ਤਾਂ ਮੈਂ ਇੰਗਲਿਸ਼ ਵਿੱਚ ਤੁਹਾਨੂੰ ਲਿਖਦਾ ਕਿ ਇਹ ਜਿਹੜਾ NAI ਮਹਿਕਮਾ ਹੈਗਾ, NAI ਮਹਿਕਮੇ ਦਾ ਜਿਹੜਾ ਰਾਸ਼ਟਰੀ ਅਭਿਲੇਖਾਕਾਰ ਕਹਿੰਦੇ ਹੈਗੇ ਨੇ, ਇਹ ਕਰਦਾ ਕੀ ਹੈ ਐਕਚੁਅਲੀ, ਇਹਦਾ ਕੰਮ ਕੀ ਹੈ? ਇਹਦਾ ਕੰਮ ਹੈਗਾ ਕਿ ਜਿੰਨਾ ਵੀ ਤੁਹਾਡਾ ਜਿਹੜਾ ਇਤਿਹਾਸ ਨਾਲ ਸੰਬੰਧਿਤ ਸਰਕਾਰੀ ਰਿਕਾਰਡ ਹੈ, ਦਸਤਾਵੇਜ਼, ਉਹ ਸਾਂਭਦਾ ਹੈਗਾ। ਤੇ ਲੇਕਿਨ ਦੁੱਖ ਦੀ ਗੱਲ ਕੀ ਹੈ ਕਿ ਇਸ ਮਹਿਕਮੇ ਦੇ ਕੋਲ 1962, 1965, 1971 ਇਹਦੇ ਜਿਹੜੇ ਯੁੱਧ ਹੋਏ ਨੇ, ਇਹਦੇ ਯੁੱਧਾਂ ਦੇ ਨਾਲ ਸੰਬੰਧਿਤ ਜਾਂ ਫਿਰ ਜਿਹੜਾ ਹਰੀਤ ਕ੍ਰਾਂਤੀ ਆਈ ਹੈ ਉਹਦੇ ਨਾਲ
ਜਿਹੜੇ ਰਿਕਾਰਡ ਆ ਕੋਈ ਨਹੀਂ ਹੈਗਾ। ਸੋ ਕਿਉਂਕਿ ਕਈ ਸਾਰੇ ਜਿਹੜੇ ਕੇਂਦਰੀ ਮੰਤਰੀਆਂ ਦੇ ਵੱਲੋਂ ਵਿਭਾਗਾਂ ਦੇ ਵਿੱਚ ਆਪਣੇ ਰਿਕਾਰਡ ਹੈ ਉਹ ਸਾਂਝੇ ਨਹੀਂ ਕੀਤੇ ਗਏ ਹੈਗੇ। ਇਸ ਕਰਕੇ ਇਹ ਜਿਹੜਾ ਮੁਤੱਲਕਾ ਮਹਿਕਮਾ, ਇਹ ਵਾਲਾ ਮਹਿਕਮਾ ਜਿਹੜਾ ਜਿਹਦੀ ਆਪਾਂ ਗੱਲ ਕਰਦੇ ਆ, ਇਹਦਾ ਮਤਲਬ ਉਹਦੇ ਜਿਹੜੇ ਨਿਰਦੇਸ਼ਕ ਹੈ ਚੰਦਰ ਸਿਨਹਾ, ਉਹਨੇ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਸੱਭਿਆਚਾਰਕ ਮੰਤਰਾਲੇ ਦੇ ਤਹਿਤ ਜਿਹੜਾ ਕੰਮ ਕਰਨ ਵਾਲਾ ਇਹ ਸਾਡਾ ਮਹਿਕਮਾ ਹੈਗਾ ਤੇ ਇਹਨੇ ਭਾਰਤ ਸਰਕਾਰ ਦੇ ਉਹਨਾਂ ਸੰਗਠਨਾਂ ਦਾ ਰਿਕਾਰਡ ਰੱਖਦਾ ਜਿਹਦੇ ਵਿੱਚ ਜਿਹੜਾ ਅਸੀਂ ਇਹਨਾਂ ਦਾ ਵਰਗੀਕਰਨ ਕਰਦੇ ਹਾਂ ਵੀ ਵੱਖ-ਵੱਖ, ਜਿਵੇਂ ਕਿ ਕੋਈ ਸਾਹਿਤ ਦਾ ਇਤਿਹਾਸ ਹੈ, ਕੋਈ ਜੰਗਾਂ ਦਾ ਇਤਿਹਾਸ ਹੈ, ਕੋਈ ਹੋਰ ਕੋਈ ਨਵੀਂ ਕੋਈ ਘਟਨਾ ਘਟੀ ਹੈ, ਜਿਵੇਂ ਸਮਾਜਿਕ ਹਰੀ ਕ੍ਰਾਂਤੀ ਇੱਕ ਵੱਡੀ ਘਟਨਾ ਸੀ ਆਪਣੇ, ਉਹਨਾਂ ਦਾ ਕੋਈ ਇਹਨਾਂ ਨੇ ਰਿਕਾਰਡ ਨਹੀਂ ਰੱਖਿਆ। ਤੇ ਤੁਹਾਨੂੰ ਯਾਦ ਹੋਣਾ ਵੀ ਕਈ ਸਾਰੇ ਰਿਕਾਰਡ ਨਾ ਇਹਨਾਂ ਨੇ ਗੁੰਮ ਵੀ ਕੀਤੇ ਹੋਏ ਸੀਗੇ। ਇਹ ਅੱਜ ਤੋਂ 4-5 ਸਾਲ ਪਹਿਲਾਂ ਆਇਆ ਸੀਗਾ ਕਿ ਕੁਛ ਲੜਾਈਆਂ ਦੇ ਰਿਕਾਰਡ ਗੁੰਮ ਹੋਏ ਨੇ, ਕੁਝ ਕਲਚਰਲ ਰਿਕਾਰਡ ਗੁੰਮ ਹੋਏ ਨੇ। ਉਦੋਂ ਜਦੋਂ ਇਹਨਾਂ ਤੋਂ ਸਵਾਲ ਪੁੱਛੇ ਗਏ ਸੀਗੇ ਉਦੋਂ ਬੜਾ ਮੁੱਦਾ ਵੱਡਾ ਉੱਠਿਆ ਸੀ, ਕਿਉਂਕਿ ਅੱਜ ਕੱਲ੍ਹ ਹੁਣ ਹੋ ਹੀ ਰਿਹਾ 7-8 ਸਾਲ ਤੋਂ ਕਿ ਮੁੱਦਾ ਇੱਕ ਦਿਨ ਬਾਅਦ ਉੱਠਦਾ ਹੈ, ਉਹ ਵੀ ਚੰਗੀ ਤਰ੍ਹਾਂ ਸਾਰਾ ਮੀਡੀਆ ਨਹੀਂ ਉਠਾਉਂਦਾ ਹੈਗਾ। ਫਿਰ ਜਦੋਂ ਇਹ ਮੁੱਦਾ ਜਿਹੜਾ ਨਾ ਫਿਰ ਲੋਪ ਹੋ ਜਾਂਦਾ ਮੀਡੀਆ ਦੇ ਵਿੱਚ, ਕਿਉਂਕਿ ਮੀਡੀਆ ਇਹਨਾਂ ਦਾ ਹੈਗਾ ਜੇ ਉਹਨੇ ਹੀ ਚੱਕਣਾ ਹੁੰਦਾ, ਉਹ ਪਹਿਲੇ ਦਿਨ ਦਬਾ ਦਿੰਦਾ, ਫਿਰ ਅਗਲੇ ਦਿਨ ਤਾਂ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਪਰ ਇਹ ਜੇਕਰ ਇਹ ਖੁਦ ਮਹਿਕਮਾ ਮੰਨ ਰਿਹਾ ਹੈ ਕਿ 62, 65, 71 ਇਹਦੇ ਯੁੱਧਾਂ ਦੇ ਰਿਕਾਰਡ ਸਾਡੇ ਕੋਲ ਹੈ ਨਹੀਂ, ਤਾਂ ਇਹ ਮਤਲਬ ਹੋਰ ਦਿਖਾਉਣ ਨੂੰ ਕੀ ਦਿਖਾਉਣਗੇ ਜੀ। ਤੇ ਉਧਰ ਪ੍ਰਚੰਡ ਸਾਹਿਬ ਜਿਹੜੇ ਨੇ ਨੇਪਾਲ ਦੇ ਮੁੱਖ ਮੰਤਰੀ ਬਣ ਗਏ ਨੇ ਤੇ ਪ੍ਰਧਾਨ ਮੰਤਰੀ ਸੌਰੀ ਗਵਾੜੀ, ਕੀ ਲੱਗਦਾ ਕਿ ਤੁਹਾਨੂੰ ਉਹਦੇ ਨਾਲ ਭਾਰਤ ਨਾਲ ਕਿਹੋ ਜਿਹਾ ਮਾਹੌਲ, ਕਿਉਂਕਿ ਭਾਰਤ ਆਪਣੇ ਇੱਕੋ ਇੱਕ ਜਿਹੜਾ ਦੁਨੀਆ ਦਾ ਇੱਕੋ ਇੱਕ ਹਿੰਦੂ ਰਾਸ਼ਟਰ ਹੈ ਉਹਦੇ ਨਾਲ ਵੀ ਸਖਾਵੇਂ ਨਹੀਂ ਬਣਾ ਸਕਿਆ ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ। ਮੈਂ ਇੱਥੇ ਥੋੜਾ ਜਿਹਾ ਕਲੀਅਰ ਕਰਦਾ ਕਿ ਇਸ ਸਮੇਂ ਨੇਪਾਲ ਹਿੰਦੂ ਰਾਸ਼ਟਰ ਨਹੀਂ ਰਿਹਾ ਹੈਗਾ, ਕਿਉਂਕਿ ਨੇਪਾਲ ਉਦੋਂ ਤੱਕ ਹਿੰਦੂ ਰਾਸ਼ਟਰ ਸੀ ਜਦੋਂ ਤੱਕ ਬਾਦਸ਼ਾਹ ਦਾ ਰਾਜ ਸੀਗਾ। ਬੀਜੇਪੀ ਨੂੰ ਦੁੱਖ ਵੀ ਇਸ ਲਈ ਸੀਗਾ ਕਿ ਉਹ ਬਾਦਸ਼ਾਹ ਦਾ ਰਾਜ ਜਾ ਕਿਉਂ ਰਿਹਾ। ਤੁਹਾਨੂੰ ਯਾਦ ਹੋਣਾ ਵੀ ਜਦੋਂ ਬਾਦਸ਼ਾਹ ਦਾ ਰਾਜ ਗਿਆ ਸੀਗਾ ਤੇ ਉੱਥੇ ਜਿਹੜੇ ਰੈਵੋਲੂਸ਼ਨਰੀ ਅੱਗੇ ਕਾਬਜ਼ ਹੋ ਗਏ ਸੀਗੇ, ਮਤਲਬ ਕੀ ਹੈ ਕਿ ਕਮਿਊਨਿਸਟ ਤਾਕਤਾਂ, ਮਾਓਵਾਦੀ ਤਾਕਤਾਂ ਕਾਬਜ਼ ਹੋ ਗਈਆਂ ਸੀਗੀਆਂ। ਉਦੋਂ ਸਭ ਤੋਂ ਵੱਧ ਦੁੱਖ ਹੋ ਰਿਹਾ ਸੀਗਾ ਬੀਜੇਪੀ ਨੂੰ ਕਿ ਹੁਣ ਬਾਦਸ਼ਾਹ ਕਿਉਂ ਚਲਿਆ ਜਾ ਰਿਹਾ ਹੈਗਾ। ਤੇ ਉਸ ਤੋਂ ਬਾਅਦ ਵਿੱਚ ਇਹ ਸਾਰੀਆਂ ਜਿਹੜੀਆਂ ਤਾਕਤਾਂ ਨੇ ਇਕੱਠੇ ਹੋ ਕੇ ਇਹਨਾਂ ਤੋਂ ਪੁੱਛਿਆ ਗਿਆ ਸੀ ਹੁਣ ਕੀ ਕਰਨਾ। ਉਹਦੇ ਵਿੱਚ ਦੋ ਢੰਗ ਹੁੰਦੇ ਨੇ, ਇੱਕ ਤਾਂ ਹੁੰਦਾ ਵੀ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਆਉਣਾ ਜਾਂ ਫਿਰ ਕੋਈ ਤੁਸੀਂ ਜਿਹੜਾ ਹੈਗਾ ਇੱਕ ਮਾਓਵਾਦੀ ਕਿਸਮ ਦਾ ਰਾਜ ਲੈ ਕੇ ਆਉਣਾ ਜਾਂ ਸਮਾਜਵਾਦੀ ਰਾਜ ਲੈ ਕੇ ਆਉਣਾ, ਪਰ ਉਹਦੀ ਵੀ ਇੱਕ ਸ਼ਰਤ ਹੁੰਦੀ ਹੈ। ਉਹਦੇ ਲਈ ਪਹਿਲਾਂ ਤੁਹਾਨੂੰ ਡੈਮੋਕ੍ਰੇਸੀ 'ਚ ਹੋ ਕੇ ਗੁਜ਼ਰਨਾ ਪੈਂਦਾ, ਕਿਉਂਕਿ ਇੱਕ ਜੇ ਆਪਾਂ ਪੜਾਅਵਾਰ ਵਿਕਾਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਹੀ ਸੀਗਾ ਵੀ ਪ੍ਰਚੰਡ ਹੁਣੇ ਜਿਹੜੇ ਡੈਮੋਕ੍ਰੇਸੀ 'ਚ ਅਪਲਾਈ ਕਰਕੇ ਇਹਨਾਂ ਨੇ ਆਪਣਾ ਹਥਿਆਰ ਜਮ੍ਹਾਂ ਕਰਾਤੇ ਸੀਗੇ। ਫਿਰ ਵੋਟਾਂ ਹੋਈਆਂ, ਵੋਟਾਂ ਦੇ ਵਿੱਚ ਉਦੋਂ ਵੀ ਪ੍ਰਚੰਡ ਬਣ ਗਿਆ ਸੀਗਾ। ਹੁਣ ਮੈਨੂੰ ਇਹ ਲੱਗਦਾ ਕਿ ਹੁਣ ਤੱਕ ਜਿਹੜਾ ਇਹ ਪਹੁੰਚਿਆ ਹੋਇਆ ਇਹਨਾਂ ਨੇ ਕੋਈ ਖਾਸ ਤਾਂ ਉਸ ਤਰ੍ਹਾਂ ਦੇ ਮਾਓਵਾਦੀ ਤਾਂ ਰਹੇ ਨਹੀਂ। ਦੇਖੋ ਇਹਨਾਂ ਦਾ ਕਰੈਕਟਰ ਹੁਣ ਐਂ ਹੀ ਬਣ ਗਿਆ ਜਿਵੇਂ ਮੇਨ ਸਟ੍ਰੀਮ ਵਾਲੇ ਕਮਿਊਨਿਸਟ ਨਹੀਂ ਹੁੰਦੇ, ਜਿਵੇਂ CPI CPM ਟਾਈਪ ਨੇ, ਇਹ ਇਦਾਂ ਦਾ ਬਣ ਗਿਆ। ਉਹ ਪਹਿਲਾਂ ਵਾਲੀ ਕੋਈ ਇਨਕਲਾਬੀ ਵਾਲੀ ਗੱਲ ਤਾਂ ਹੈ ਨਹੀਂ, ਕਿਉਂਕਿ ਮੈਂ ਅੱਜ ਦੇਖ ਰਿਹਾ ਸੀਗਾ ਕਿ ਕੱਲ ਦੀ ਇਹ ਖਬਰ ਦਾ ਐਲਾਨ ਹੋਇਆ ਭਾਰਤ ਵਿੱਚ ਇਹਨਾਂ ਦੇ ਇੱਕ ਸਾਡੇ ਬਹੁਤ ਵੱਡੇ ਸਤਿਕਾਰਤ ਪੱਤਰਕਾਰ ਨੇ ਇੰਡੀਆ ਦੇ, ਆਨੰਦ ਸਰੂਪ ਵਰਮਾ। ਆਨੰਦ ਸਰੂਪ ਵਰਮਾ ਨਾ ਉਦੋਂ ਆਈਕਨ ਰਹੇ ਨੇ ਇਹਦੇ, ਜਦੋਂ ਇਹ ਨੇਪਾਲ ਦੀ ਕ੍ਰਾਂਤੀ ਹੋਈ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰਚੰਡ ਨੇ ਆਪਣੇ ਮੁਲਕ 'ਚ ਬੁਲਾ ਕੇ VIP ਟ੍ਰੀਟਮੈਂਟ ਦਿੱਤੇ, ਫਿਰ ਇਹਨਾਂ ਤੋਂ ਗੇੜੇ ਮਰਵਾਏ ਵੀ ਤੁਸੀਂ ਨੇਪਾਲ ਦੀ ਕ੍ਰਾਂਤੀ ਦਾ ਪ੍ਰਚਾਰ ਕਰੋ। ਉਹਨਾਂ ਨੇ ਵੀ ਬੜੇ ਦੁੱਖ ਦੇ ਵਿੱਚ ਇਹ ਕੱਲ ਪੋਸਟ ਪਾਈ ਸੀਗੀ ਕਿ ਭਾਈ ਵਧਾਈ ਹੋਵੇ ਪ੍ਰਚੰਡ ਜੀ ਤੁਹਾਨੂੰ, ਤੁਸੀਂ ਤਾਂ ਸਾਰੀਆਂ ਹੱਦਾਂ ਪਾਰ ਕਰ ਲਈਆਂ, ਇਸ ਦਲਦਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਨਾਲ ਫਸ ਚੁੱਕੇ ਹੋ, ਹੁਣ ਕਿੱਥੇ ਤੱਕ ਅੱਗੇ ਜਾਓਗੇ। ਕਹਿਣ ਦਾ ਮਤਲਬ ਇਹ ਹੋਇਆ ਵੀ ਤੁਸੀਂ ਜਿਹੜੀ ਮੁਕਤਧਾਰਾ ਚਾਹੁੰਦੇ ਆਉਂਦੇ ਇਸ ਹੱਦ ਤੱਕ ਪਹੁੰਚ ਚੁੱਕੇ ਹੋ, ਹੁਣ ਇੱਥੋਂ ਨਿਕਲ ਨਹੀਂ ਤੁਸੀਂ ਸਕਦੇ ਹੈਗੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਦੂਜੀ ਵਾਰ ਆਨੰਦ ਸਰੂਪ ਵਰਮਾ ਨੇ ਲੇਖ ਲਿਖਿਆ ਸੀ ਜਦੋਂ ਮੋਦੀ ਉੱਥੇ ਗਿਆ ਸੀਗਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਜਿਹਨੂੰ ਆਪਾਂ ਕਹਿੰਦੇ ਆ ਇੱਥੇ ਨੇਪਾਲ ਦੇ ਵਿੱਚ, ਉਦੋਂ ਮੋਦੀ ਬੋਲ ਰਿਹਾ ਸੀ ਤੇ ਪ੍ਰਚੰਡ ਮੇਜ਼ ਥਪਥਪਾ ਰਿਹਾ ਸੀਗਾ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਕੋਈ ਐਡੀ ਵੱਡੀ ਦਿੱਕਤ ਤਾਂ ਨਹੀਂ ਆਊਗੀ ਇਹਨਾਂ ਦੇ ਸੰਬੰਧਾਂ ਦੇ ਵਿੱਚ। ਨੇਪਾਲ ਦੇ ਵਿੱਚ ਇੰਨੀ ਗੱਲ ਜ਼ਰੂਰ ਹੈਗੀ ਵੀ ਉੱਥੇ ਇੱਕ ਗੱਲ ਚੰਗੀ ਹੋ ਗਈ ਸੀਗੀ ਵੀ ਉਹਨਾਂ ਨੇ ਆਪਣਾ ਸੰਵਿਧਾਨ ਬਣਾ ਲਿਆ ਸੀਗਾ। ਭਾਰਤ ਚਾਹੁੰਦਾ ਸੀਗਾ ਵੀ ਸਾਡੇ ਇਸ ਸੰਵਿਧਾਨ ਜਿਹੜਾ ਨੇਪਾਲ ਬਣਾਉਣ ਲੱਗਿਆ ਵੀ ਅਸੀਂ ਇਹਦੇ ਵਿੱਚ ਦਖਲਅੰਦਾਜ਼ੀ ਕਰੀਏ, ਤੇ ਉਹ ਅਗਲਿਆਂ ਨੇ ਚੱਲਣ ਨਹੀਂ ਦਿੱਤੀ ਸੀਗੀ। ਉਹ ਮੈਨੂੰ ਲੱਗਦਾ ਕਿ ਇਹਨਾਂ ਦੀ ਇੱਕ ਇਤਿਹਾਸਕ ਕਾਮਯਾਬੀ ਸੀਗੀ। ਹੁਣ ਬਾਕੀ ਤਾਂ ਸਾਰਾ ਕੁਛ ਨੋਰਮਲ ਆ, ਪਰ ਇੰਨੀ ਇੱਕ ਚੀਜ਼ ਹੈਗੀ ਆ ਵੀ ਉੱਥੇ ਦਾ ਜਿਹੜਾ ਮੀਡੀਆ ਹੈਗਾ ਨਾ ਨੇਪਾਲ ਦਾ, ਇੰਡੀਆ ਨਾਲੋਂ ਵੱਧ ਸੁਤੰਤਰ
ਤੇ ਮੈਨੂੰ ਤਾਂ ਪਤਾ ਕਿਉਂਕਿ ਉਹ ਮੈਨੂੰ ਕੁਝ ਮੇਰੇ ਮਿੱਤਰਾਂ ਨੇ ਉੱਥੇ ਦੇ ਦਿਖਾਏ ਸੀਗੇ, ਮੀਡੀਆ ਆਊਟਲੈਟਸ ਦਿਖਾਏ ਸੀਗੇ, ਤੇ ਉਹ ਦੱਸਿਆ ਵੀ ਸੀ ਵੀ ਇਸ ਕਿਸਮ ਦੀਆਂ ਅਸੀਂ ਸੰਪਾਦਕੀਆਂ ਛਾਪਦੇ ਹਾਂ, ਇਸ ਕਿਸਮ ਦੀਆਂ ਅਸੀਂ ਖਬਰਾਂ ਛਾਪਦੇ ਹਾਂ। ਉੱਥੇ ਇੱਕ ਪ੍ਰੋਗਰੈਸਿਵ ਸਪੇਸ ਬਹੁਤ ਪਈ ਹੈ, ਇੰਡੀਆ ਨਾਲੋਂ ਜ਼ਿਆਦਾ ਪਈ ਹੈ ਜੀ। ਸੋ ਸ਼ੁਕਰੀਆ, ਮਿਹਰਬਾਨੀ ਤੁਹਾਡੀ, ਧੰਨਵਾਦ ਜੀ। ਮਿਹਰਬਾਨੀ ਜੀ। ਇਹ ਸਨ ਸ਼ਿਵਿੰਦਰ ਜੀ ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਨਾਲ ਜੁੜੇ ਹੋ। ਇੱਕ ਬ੍ਰੇਕ ਲੈਣੇ ਤੇ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ।